ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸ੍ਰੀਕਾਲ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੁੰਦੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਦੀ ਕਲੋਬ ਸਤਨਾਮ ਸਿੰਘ ਸਲਮਾ ਮਨਜੀਤ ਸਿੰਘ ਦੀਵਾਨਾ ਬੀਸਲਾ ਪਰਿਵਾਰ ਫਰੈਜ਼ਨੋ ਗੁਰਚਰਨ ਸਿੰਘ ਬਿਕਰਸਫੀਲਡ ਮਨਦੀਪ ਸਿੰਘ ਸੈਨੋਜੇ ਜੈਂਡਰ ਹੋਮ ਲੋਨ ਵਾਲੇ ਮੌਂਚੀ ਮੱਚੀ ਜਿਨ੍ਹਾਂ ਦਾ ਫੋਨ ਨੰਬਰ 5599052575 ਟਰਕੀ ਐਂਡ ਇਮੀਗ੍ਰੇਸ਼ਨ ਲਾ ਫਰਮ ਜਿਨ੍ਹਾਂ ਤੋਂ ਤੁਸੀਂ ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਕਰਵਾ ਸਕਦੇ ਹੋ 4159090503 ਸਟਾਰਲਾਈਟ ਟਰੱਕ ਟ੍ਰੇਲਰ ਵਾਲੇ ਜਿਹੜੇ ਟਾਇਰ ਨਵੇਂ ਤੇ ਪੁਰਾਣੇ ਜਿਨ੍ਹਾਂ ਤੋਂ ਪਾ ਸਕਦੇ ਆ ਉਹਨਾਂ ਦਾ ਫੋਨ ਨੰਬਰ 2092509535 ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਤੇ ਗੱਲ ਕਰਦੇ ਹਾਂ ਕਰੋਨਾ ਦੀ। ਕਰੋਨਾ ਵਧਣ ਕਰਕੇ ਕੁੰਭ ਦਾ ਮੇਲਾ ਸਮਾਪਤ ਹੋਇਆ। ਕੋਲੀ ਇਹਦੇ ਜਿਹੜਾ ਨਰਿੰਜਨੀ ਅਖਾੜਾ ਉਹਦਾ ਜਿਹੜਾ ਸਚਿਵ ਹੈ ਉਹਨੇ 15 ਦਿਨ ਪਹਿਲਾਂ ਹੀ ਇਹ ਐਲਾਨ ਕਰਤਾ ਕਿ ਕੁੰਭ ਮੇਲਾ ਜਿਹੜਾ ਖਤਮ ਹੋ ਚੁੱਕਾ ਹੈ। ਉਹਨੇ ਇਹ ਗੱਲ ਕਹੀ ਹੈ ਕਿ ਜਿਹੜਾ ਮੁੱਖ ਸ਼ਾਹੀ ਇਸ਼ਨਾਨ ਸੀਗਾ ਉਹ ਪੂਰਾ ਹੋ ਗਿਆ ਤੇ ਇਹ ਕਿਹਾ ਕਿ ਇੱਥੇ ਜਿਹੜੇ ਸਾਧੂ ਸੰਤ ਨੇ ਉਹਨਾਂ ਦੇ ਵਿੱਚ ਕਰੋਨਾ ਵਾਇਰਸ ਦੇ ਲੱਛਣ ਨਜ਼ਰ ਆ ਰਹੇ ਆ। ਜਿਹਦੇ ਦੇਖਦਿਆਂ ਹੈ 5 ਜਿਹੜੇ ਸੰਨਿਆਸੀ ਅਖਾੜੇ ਨੇ ਉਹ ਵੀ ਕੁੰਭ ਦੀ ਸਮਾਪਤੀ ਦਾ ਐਲਾਨ ਕਰ ਸਕਦੇ ਆ। ਹਰਿਦੁਆਰ ਦੇ ਵਿੱਚ ਮੇਲੇ ਦੇ ਵੇਲੇ ਮੇਲੇ ਦਾ ਸਮਾਂ ਜਿਹੜਾ ਉਹ 30 ਅਪ੍ਰੈਲ ਤੱਕ ਹੈ। ਪਿਛਲੇ 5 ਦਿਨਾਂ ਦੇ ਵਿੱਚ ਉੱਥੇ ਕਰੋਨਾ ਦੇ ਜਿਹੜੇ ਕੇਸ ਨੇ ਉਹ 2167 ਸਾਹਮਣੇ ਆ ਚੁੱਕੇ ਆ। ਇਹਦੇ ਬਾਵਜੂਦ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਕੁੰਭ ਮੇਲਾ 30 ਅਪ੍ਰੈਲ ਤੱਕ ਚੱਲੂਗਾ, ਪਰ ਹੁਣ ਅਖਾੜੇ ਆਪੇ ਹੀ ਇਸ ਕੁੰਭ ਮੇਲੇ ਨੂੰ ਸਮਾਪਤ ਜਿਹੜਾ ਉਹ ਕਰਨ ਲੱਗੇ ਆ। ਉਧਰ ਜਿਹੜਾ ਇਹਦਾ ਇੱਥੇ ਹੈਗਾ ਜੀ ਮਹਾਨਿਰਵਾਣੀ ਅਖਾੜਾ, ਉਹਦੇ ਮੁਖੀ ਦੀ ਕਰੋਨਾ ਦੇ ਨਾਲ ਮੌਤ ਹੋ ਗਈ ਆ ਔਰ ਕੇਸ ਜਿਹੜੇ ਨੇ ਉਹ ਲਗਾਤਾਰ ਇੱਥੇ ਜਿਹੜਾ ਵਧੇ ਨੇ ਜਿੱਥੇ ਇਹ ਮੇਲਾ ਚੱਲ ਰਿਹਾ। ਜਦੋਂ ਇਹ ਕੇਸ ਵੱਧ ਰਹੇ ਸੀਗੇ ਤਾਂ ਉਦੋਂ ਇਹ ਮੇਲਾ ਜਾਰੀ ਰੱਖਣ ਦੇ ਉੱਤੇ ਸਵਾਲ ਉੱਠੇ ਸੀਗੇ, ਪਰ ਸਵਾਲ ਇਹ ਆ ਕਿ ਜਿਹੜੇ ਰਾਜਨੀਤਿਕ ਲੋਕ ਨੇ ਉਹ ਪੱਲੀ ਖੁੱਲ ਕੇ ਸਾਹਮਣੇ ਨਹੀਂ ਆ ਰਹੇ। ਜੇ ਤਾਂ ਤਬਲੀਗੀ ਜਮਾਤ ਦਾ ਹੁੰਦਾ ਜਾਂ ਕਿਸੇ ਹੋਰ ਜਮਾਤ ਦਾ ਹੁੰਦਾ ਤੇ ਫਿਰ ਰੌਲਾ ਜ਼ਰੂਰ ਪੈ ਜਾਣਾ ਸੀਗਾ। ਇਸ ਮਾਮਲੇ ਦੇ ਉੱਤੇ ਬਹੁਤੇ ਜਿਹੜਾ ਜੀ ਉਹ ਬੋਲ ਨਹੀਂ ਰਹੇ। ਕੁੰਭ ਦੇ ਵਿੱਚ ਲੱਖਾਂ ਲੋਕਾਂ ਦੀ ਭੀੜ ਜਿਹੜੀ ਆ ਉਹ ਜੁਟੀ ਹੋਈ ਆ। ਕੋਈ ਕੱਲ 14 ਲੱਖ ਦੇ ਕਰੀਬ ਲੋਕ ਜਿਹੜੇ ਸੀਗੇ ਉਹ ਸ਼ਾਮਲ ਹੋਏ। ਨਿਰਵਾਣੀ ਅਖਾੜੇ ਦੇ ਮਹਾਮੰਡਲੇਸ਼ਵਰ ਜਿਹੜਾ ਹੈ ਉਹਦੀ ਇਹ ਮੌਤ ਹੋਈ ਆ। ਕਪਲ ਦੇਵ ਉਹਦਾ ਨਾਮ ਸੀਗਾ। ਉਹ ਮੱਧ ਪ੍ਰਦੇਸ਼ ਦੇ ਚਿੱਤਰਕੂਟ ਤੋਂ ਕੁੰਭ ਮੇਲੇ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਹਰਿਦੁਆਰ ਆਇਆ ਸੀਗਾ। ਪੋਜ਼ਿਟਿਵ ਹੋਣ ਤੋਂ ਬਾਅਦ ਉਹਦਾ ਦੇਹਰਾਦੂਨ ਦੇ ਕੈਲਾਸ਼ ਹਸਪੀਟਲ ਦੇ ਵਿੱਚ ਇਲਾਜ ਚੱਲ ਰਿਹਾ ਸੀਗਾ। ਹਸਪੀਟਲ ਮੈਨੇਜਮੈਂਟ ਦੇ ਮੁਤਾਬਕ 1 ਦਿਨ ਪਹਿਲਾਂ ਉਹਦੀ ਮੌਤ ਜਿਹੜੀ ਉਹ ਹੋ ਗਈ। ਇਹ ਜਿਹੜੇ ਹੈਗੇ ਨੇ ਅਖਾੜਿਆਂ ਵਾਲੇ ਉਹਨਾਂ ਦੇ ਵਿੱਚੋਂ ਪਹਿਲਾ ਹੈ ਜਿਹੜਾ ਨਾਮਵਰ ਸੀਗਾ ਤੇ ਜਿਹਦੀ ਮੌਤ ਜਿਹੜੀ ਉਹ ਹੋਈ ਹੈ। ਔਰ ਉਧਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਸਰਕਾਰ ਹੈ ਉਹ ਕਹਿੰਦੀ ਆ ਕਿ ਜਿਹੜੇ COVID-19 ਦੀਆਂ ਗਾਈਡਲਾਈਨ ਜਿਹੜੀਆਂ ਨੇ ਉਹਦੇ ਵਾਸਤੇ ਸਖਤੀ ਕੀਤੀ ਜਿਹੜੀ ਉਹ ਜਾ ਸਕਦੀ ਆ। ਸਖਤੀ ਕਦੋਂ ਕੀਤੀ ਜਾਊਗੀ ਇਹ ਨਹੀਂ ਕੁਝ ਵੀ ਪਤਾ। ਜਿਹੜੇ ਉੱਥੇ ਆਉਣ ਵਾਲੇ ਲੋਕ ਨੇ ਉਹਨਾਂ ਨੂੰ ਸੀਮਿਤ ਕਰਨ ਦੀ ਜਿਹੜੀ ਉਹ ਕੋਸ਼ਿਸ਼ ਆ, ਪਰ ਕੀਤੀ ਜਾਣੀ ਨਹੀਂ ਕਿਉਂਕਿ ਇਹਦੇ ਪਿੱਛੇ ਸਿਆਸਤ ਬਹੁਤ ਜਿਹੜੀ ਦੀ ਉਹ ਵੱਡੀ ਆ। ਔਰ ਇਹ ਭੀੜ ਜਿਹੜੀ ਆ ਕਿਵੇਂ ਜਿਹੜੀ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਭੀੜ ਆ ਉਹਨੂੰ ਤੁਸੀਂ ਕਿਵੇਂ ਕੰਟਰੋਲ ਕਰ ਸਕਦੇ ਹੋ। ਜਦੋਂ ਇਹ ਇੱਥੇ ਤਬਲੀਗੀ ਜਮਾਤ ਦਾ ਹੋਇਆ ਸੀਗਾ ਜੀ ਉਦੋਂ 2000 ਦੇ ਕਰੀਬ ਇੱਥੇ ਬੰਦਾ ਸੀਗਾ ਦਿੱਲੀ ਦੇ ਵਿੱਚ। ਔਰ ਜਿਵੇਂ ਪ੍ਰਚਾਰਿਆ ਗਿਆ ਸੀ ਤੇ ਖਾਸ ਤੌਰ ਦੇ ਉੱਤੇ ਜਿਹੜਾ ਇੱਥੇ ਦਰਬਾਰੀ ਮੀਡੀਆ ਉਹਨੇ ਜਿਵੇਂ ਉਦੋਂ ਗੱਲ ਚੁੱਕੀ ਸੀ, ਹੁਣ ਇਸ ਮਸਲੇ ਦੇ ਉੱਤੇ ਜਿਹੜਾ ਕੁੰਭ ਦੇ ਵਿੱਚ ਮੌਤਾਂ ਹੋ ਰਹੀਆਂ ਨੇ ਔਰ ਇੰਨੇ ਵੱਡੇ ਪੱਧਰ ਦੇ ਉੱਤੇ ਉੱਥੇ ਜਿਹੜਾ ਉਹ ਕਰੋਨਾ ਫੈਲ ਰਿਹਾ, ਉਹਦੀ ਗੱਲ ਹੁਣ ਇੱਥੇ ਕਿਸੇ ਦਰਬਾਰੀ ਮੀਡੀਆ ਦੇ ਉੱਤੇ ਤੁਸੀਂ ਬਿਲਕੁਲ ਵੀ ਨਹੀਂ ਸੁਣੋਗੇ। ਜੀ ਜੀ ਜੀ, ਕਿਤੇ ਵੀ ਨਹੀਂ ਹੋਊਗੀ ਜੀ ਇਹ ਗੱਲ। ਤਾਂ ਅੱਗੇ ਗੱਲ ਕਰਦੇ ਹਾਂ ਮੁਲਕ ਭਰ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਹੁਣ ਕਰੋਨਾ ਦੀ ਵੀ ਗੱਲ ਕੀਤੀ ਆ, ਜਿਹੜੀਆਂ ਸਿਹਤ ਸੇਵਾਵਾਂ ਆ ਉਹਨਾਂ ਦਾ ਜਲੂਸ ਨਿਕਲਿਆ ਹੋਇਆ। ਦੇਖੋ ਜਦੋਂ ਮੰਗੇ ਹੀ ਨਹੀਂ ਹਸਪੀਟਲ, ਕਦੀ ਕਿਸੇ ਨੇ ਮੰਗੇ ਨਹੀਂ ਕਿ ਉਹਨਾਂ ਨੂੰ ਹਸਪੀਟਲ ਚਾਹੀਦੇ ਆ। ਸਿਹਤ ਸੇਵਾਵਾਂ ਦੇ ਵਾਸਤੇ ਉਹਨਾਂ ਨੂੰ ਬਿਹਤਰ ਜਿਹੜੀਆਂ ਦੀ ਉਹ ਸਹੂਲਤਾਂ ਚਾਹੀਦੀਆਂ ਨੇ। ਹਾਲਾਤ ਜਿਹੜੇ ਆ ਉਹ ਇਸ ਤਰ੍ਹਾਂ ਦੇ ਹੋਏ ਪਏ ਆ ਕਿ ਇੱਥੇ ਜਿਹੜੇ ਗੁਜਰਾਤ ਮਾਡਲ ਹੈ ਉਹਦਾ ਵੀ ਵੱਡਾ ਜਲੂਸ ਜਿਹੜਾ ਉਹ ਨਿਕਲ ਰਿਹਾ। ਮਹਾਰਾਸ਼ਟਰ ਦੇ ਵਿੱਚ ਕੀ ਹਾਲਾਤ ਬਣੇ ਹੋਏ ਆ
ਜਿਹੜਾ ਨਾਗਪੁਰ ਹੈ, ਉੱਥੇ ਲੋਕੀ ਸੜਕਾਂ ਦੇ ਉੱਤੇ ਆਪਣੇ ਜਿਹੜੇ ਰਿਸ਼ਤੇਦਾਰ ਨੇ, ਮਰੀਜ਼ ਨੇ, ਉਹਨਾਂ ਨੂੰ ਲੈ ਕੇ ਜਿਹੜਾ ਉਹ ਬੈਠੇ ਹੋਏ ਆ। ਦੂਜੇ ਦਿਨ ਫਿਰ 2 ਲੱਖ ਤੋਂ ਵੱਧ ਨਵੇਂ ਕੇਸ ਜਿਹੜੇ ਆ ਉਹ ਸਾਹਮਣੇ ਆਏ ਆ। ਜਿਹੜੀ ਇਹ ਕਰੋਨਾ ਜਿਹੜਾ ਬੇਕਾਬੂ ਹੋਇਆ, ਇੰਨੀ ਤੇਜ਼ੀ ਦੇ ਨਾਲ ਇਹ ਬੇਕਾਬੂ ਹੋ ਰਿਹਾ ਕਿ 11 ਦਿਨਾਂ ਦੇ ਵਿੱਚ 1 ਲੱਖ ਤੋਂ ਗਿਣਤੀ ਜਿਹੜੀ 2 ਲੱਖ ਤੱਕ ਪਹੁੰਚ ਗਈ ਇੱਕ ਦਿਨ ਦੇ ਵਿੱਚ, 24 ਘੰਟਿਆਂ ਦੇ ਵਿੱਚ। ਇਹਦੇ ਨਾਲ ਜਿਹੜਾ ਦੇਸ਼ ਦੇ ਬਹੁਤ ਸਾਰੇ ਹਿੱਸੇ ਇਸ ਮਹਾਮਾਰੀ ਦੀ ਮਾਰ ਦੇ ਹੇਠ ਜਿਹੜੇ ਉਹ ਆ ਗਏ। ਸਰਗਰਮ ਕੇਸਾਂ ਦੀ ਗਿਣਤੀ ਜਿਹੜੀ ਉਹ 14 ਲੱਖ ਦੇ ਅੰਕੜੇ ਨੂੰ ਟੱਪ ਗਈ ਹੋਈ ਹੈ। ਜਿਹੜੇ ਇੱਥੇ ਗੁਜਰਾਤ ਦੇ ਵਿੱਚ ਹਸਪੀਟਲ ਅਹਿਮਦਾਬਾਦ ਜਿਹੜਾ ਹੈ, ਉਹਦੇ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਆ ਕਿ ਅਹਿਮਦਾਬਾਦ ਏਸ਼ੀਆ ਦਾ ਸਭ ਤੋਂ ਵੱਡਾ ਹਸਪੀਟਲ ਜਿਹੜਾ ਉਹ ਕਿਹਾ ਜਾਂਦਾ। 70 ਤੋਂ ਉੱਪਰ ਐਂਬੂਲੈਂਸਾਂ ਜਿਹੜੀਆਂ ਨੇ ਉਹ ਬਾਹਰ ਖੜੀਆਂ ਨੇ ਹਸਪੀਟਲ ਦੇ, ਖਾਲੀ ਨਹੀਂ, ਉਹਨਾਂ ਦੇ ਵਿੱਚ ਮਰੀਜ਼ ਨੇ। ਹਾਲਾਤ ਇਹ ਨੇ ਕਿ ਉਹਨਾਂ ਨੂੰ ਐਂਬੂਲੈਂਸਾਂ ਦੇ ਵਿੱਚ ਹੀ ਰੱਖਿਆ ਜਾ ਰਿਹਾ, ਕਿਉਂਕਿ ਬੈੱਡ ਹੈ ਨਹੀਂਗੇ ਖਾਲੀ। ਜੇ ਕੋਈ ਕਿਸੇ ਜਗ੍ਹਾ ਦੇ ਉੱਤੇ ਕੋਈ ਥਾਂ ਹੋਊਗੀ ਤੇ ਉੱਥੇ ਮਰੀਜ਼ਾਂ ਨੂੰ ਜਿਹੜਾ ਉਹ ਲਾਇਆ ਜਾਊਗਾ। ਇਹ ਹਾਲਾਤ, ਕਿਉਂਕਿ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਇੱਕ ਚੀਜ਼ ਪ੍ਰਚਾਰੀ ਜਾਂਦੀ ਹੈ ਕਿ ਗੁਜਰਾਤ ਮਾਡਲ ਜਿਹੜਾ ਬਹੁਤ ਵੱਡਾ, ਗੁਜਰਾਤ ਮਾਡਲ ਦਾ ਵੀ ਜਿਹੜਾ ਉਹ ਜਲੂਸ ਨਿਕਲ ਗਿਆ ਇੱਥੇ। ਔਰ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਜਿਹੜੇ ਕਿਤੇ ਪੱਛਮੀ ਬੰਗਾਲ ਦੇ ਵਿੱਚ ਚੋਣ ਪ੍ਰਚਾਰ ਦੇ ਵਾਸਤੇ ਬਾਰ-ਬਾਰ ਜਿਹੜਾ ਉਹਨੂੰ ਸੁਜੈਸ਼ਨ ਦੇਣ ਦੇ ਬਾਵਜੂਦ ਉਹ ਨਹੀਂ ਰੁਕੇ, ਖੁਦ ਉਹ ਕੋਰੋਨਾ ਪੋਜ਼ਿਟਿਵ ਨੇ, ਉੱਥੇ ਜਾ ਕੇ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਰਹੇ ਆ। ਰੈਲੀਆਂ ਅਜੇ ਵੀ ਜਾਰੀ ਨੇ, ਕਿਉਂਕਿ ਅਜੇ 4 ਜਿਹੜੇ ਗੇੜ ਰਹਿੰਦੇ ਆ। ਜਿੰਨਾ ਰੌਲਾ ਜਿਹੜਾ ਜੀ ਉਹ ਪਾਇਆ ਜਾ ਰਿਹਾ, ਕਿਉਂਕਿ ਪ੍ਰਧਾਨ ਮੰਤਰੀ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਇੱਥੇ ਟੀਕਾ ਉਤਸਵ ਮਨਾਇਆ ਜਾਵੇ। ਹੁਣ ਇਹ ਉਤਸਵ ਕਿਵੇਂ ਹੋ ਗਿਆ, ਇਹ ਨਹੀਂ ਸਮਝ ਲੱਗੀ। ਅਜੇ ਤੱਕ ਥਾਲੀਆਂ ਖੜਕਾਉਣ ਲਈ ਤਾਂ ਨਹੀਂ ਆਖਿਆ ਗਿਆ ਕਿ ਥਾਲੀਆਂ ਖੜਕਾ ਦਿਓ ਜਾਂ ਟੱਲੀਆਂ ਵਜਾ ਲਓ, ਭਾਂਡੇ ਖੜਕਾ ਲਓ, ਏਦਾਂ ਦਾ ਕੁਝ ਨਹੀਂ ਅਜੇ ਤੱਕ ਜਿਹੜਾ ਕਿਹਾ ਗਿਆ। ਪਰ ਆ ਟੀਕਾ ਉਤਸਵ ਜਿਹੜਾ ਜੀ ਉਹ ਕੱਢ ਲਿਆ। ਉੱਤਰ ਪ੍ਰਦੇਸ਼ ਦੇ ਵਿੱਚ ਜਿੱਥੇ ਸ਼ਮਸ਼ਾਨ ਘਾਟ ਨੇ, ਉੱਥੇ 30-30, 32-32 ਜਿਹੜੀਆਂ ਸਿਵੇ ਨੇ ਉਹ ਇਕੱਠੇ ਬਲ ਰਹੇ ਆ। ਜਿਹੜੇ ਦਫਨਾਉਣ ਦੇ ਵਾਸਤੇ ਜਿਹੜੀਆਂ ਦੀ ਉਹ ਜਗ੍ਹਾ ਨਹੀਂ ਮਿਲ ਰਹੀਆਂ, ਏਡੀ ਵੱਡੀ ਗਿਣਤੀ ਦੇ ਵਿੱਚ ਮੌਤਾਂ ਹੋ ਰਹੀਆਂ ਨੇ। ਰੋਕਿਆ ਕਿਵੇਂ ਜਾ ਰਿਹਾ ਕਿ ਜਿਹੜੇ ਵੱਡੇ ਸ਼ਮਸ਼ਾਨ ਘਾਟ ਨੇ ਉਹਨਾਂ ਦੇ ਬਾਹਰ ਟੀਨਾਂ ਜਿਹੜੀਆਂ ਉਹ ਉੱਚੀਆਂ ਲਾ ਕੇ ਉਹਨਾਂ ਨੂੰ ਕਵਰ ਕੀਤਾ ਜਾ ਰਿਹਾ, ਤਾਂ ਕਿ ਬਾਹਰੋਂ ਪਤਾ ਨਾ ਲੱਗੇ ਕਿ ਅੰਦਰ ਕਿੰਨੇ ਸਿਵੇ ਬਲਦੇ ਪਏ ਆ। ਇਸ ਤਰੀਕੇ ਦੇ ਨਾਲ ਰੋਕਣ ਦੇ ਜਿਹੜੇ ਯਤਨ ਨੇ ਉਹ ਹੋ ਰਹੇ ਨੇ। ਪੰਜਾਬ ਦੀ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਹਾਲਾਤ ਬਹੁਤੇ ਸੁਖਾਵੇਂ ਨਹੀਂ ਗਏ। 51 ਜਿਹੜੀਆਂ ਜਾਨਾਂ ਨੇ ਪਿਛਲੇ 24 ਘੰਟਿਆਂ ਦੇ ਦੌਰਾਨ ਗਈਆਂ ਨੇ। 4333 ਸੱਜਰੇ ਮਾਮਲੇ ਜਿਹੜੇ ਉਹ ਸਾਹਮਣੇ ਆਏ ਆ। ਹੁਣ ਤੱਕ ਪੰਜਾਬ ਦੇ ਵਿੱਚ 7722 ਜਿਹੜੇ ਵਿਅਕਤੀ ਨੇ ਉਹਨਾਂ ਦੀਆਂ ਮੌਤਾਂ ਹੋ ਚੁੱਕੀਆਂ ਹੋਈਆਂ ਨੇ। ਮਾਰਚ ਮਹੀਨੇ ਤੋਂ ਸ਼ੁਰੂ ਹੋਈ ਮਹਾਮਾਰੀ ਦੇ ਮਾਰ ਦੇ ਦੌਰਾਨ ਸੂਬੇ ਦੇ ਵਿੱਚ ਹੁਣ ਤੱਕ 2,86,000 ਤੋਂ ਵੱਧ ਲੋਕ ਜਿਹੜੇ ਆ ਉਹ ਇਸ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹੋਏ ਨੇ। ਇੱਥੇ ਜਿਹੜੇ ਹਸਪੀਟਲਾਂ ਦਾ ਹਾਲਾਤ ਉਹੋ ਜਿਹੇ ਨੇ ਜਿਹੋ ਜਿਹੇ ਬਾਕੀ ਸੂਬਿਆਂ ਦੇ ਦੱਸੇ ਆ। ਕਿਉਂਕਿ ਜੇ ਤੁਸੀਂ ਦੇਖੋ ਤਾਂ ਚਾਹੇ ਉਹ ਸਿਹਤ ਮੰਤਰੀ ਨੇ, ਸਿਹਤ ਮੰਤਰੀ ਹੋਰੀ ਆਪਣੇ ਭਰਾ ਨੂੰ ਮੇਅਰ ਬਣਾਉਣ ਦੇ ਵਾਸਤੇ ਸਾਰੇ ਨਿਯਮ ਕਾਨੂੰਨ ਛਿੱਕੇ ਟੰਗ ਕੇ ਬਿਨਾਂ ਮਾਸਕ ਤੋਂ ਆਪ ਜਿਹੜਾ ਦੀ ਉਹ ਫੰਕਸ਼ਨ ਦੀ ਅਗਵਾਈ ਕਰ ਰਹੇ ਸੀ। ਉਹਦੇ ਵਿੱਚ ਕਿਸੇ ਨੇ ਮਾਸਕ ਨਹੀਂ ਪਾਇਆ, ਕੋਈ ਸੋਸ਼ਲ ਡਿਸਟੈਂਸ ਨਹੀਂ। ਕੱਲ ਮਨਪ੍ਰੀਤ ਸਿੰਘ ਬਾਦਲ ਹੋਰੀ ਉਹ ਬਠਿੰਡੇ ਦੇ ਵਿੱਚ ਮੇਅਰ ਥਾਪਦੇ ਫਿਰਦੇ ਸੀ, ਉੱਥੇ ਵੀ ਹਾਲਾਤ ਇਹੋ ਜਿਹੇ ਜਿਹੜੇ ਦੀ ਉਹ ਬਣਾਏ ਹੋਏ ਸੀ। ਸਖਤੀਆਂ ਦੀ ਗੱਲ ਤਾਂ ਕੀਤੀ ਜਾ ਰਹੀ ਹੈ, ਪਰ ਇਹ ਕੋਈ ਨਹੀਂ ਦੱਸ ਰਿਹਾ ਕਿ ਜਿਹੜੀਆਂ ਸਿਹਤ ਸੇਵਾਵਾਂ ਨੇ ਉਹਨਾਂ ਦੇ ਵਿੱਚ ਜਿਹੜਾ ਦੀ ਉਹ ਕਦੋਂ ਜਿਹੜਾ ਕੋਈ ਸੁਧਾਰ ਹੋ ਸਕੂਗਾ। ਗੱਲ ਫਿਰ ਉੱਥੇ ਆ ਜਾਂਦੀ, ਲੋਕਾਂ ਨੇ ਜਿਹੜਾ ਦੀ ਕਦੀ ਮੰਗੇ ਹੀ ਨਹੀਂ, ਹਸਪੀਟਲ ਤਾਂ ਮੰਗੇ ਨਹੀਂ। ਜਿਹੜੇ ਧਾਰਮਿਕ ਸਥਾਨਾਂ ਦੇ ਵਾਸਤੇ ਜਾਨਾਂ ਜਾਂਦੀਆਂ ਰਹੀਆਂ, ਇੱਕ ਦੂਜੇ ਦੇ ਸਿਰ ਪਾੜਦੇ ਰਹੇ, ਕਿਹੜਾ ਢਾਉਣਾ ਕਿਹੜਾ ਬਣਾਉਣਾ, ਉਹ ਬੰਦ ਕੀਤੇ ਜਾ ਰਹੇ ਆ। ਜਿਹੜੇ ਚੀਜ਼ਾਂ ਮੰਗੀਆਂ ਨਹੀਂ ਕਦੀ, ਉਹਨਾਂ ਦੀ ਜ਼ਰੂਰਤ ਮਹਿਸੂਸ ਹੁਣ ਕੀਤੀ ਜਾ ਰਹੀ ਹੈ। ਪਰ ਮੁਸ਼ਕਲ ਇਹ ਆ ਕਿ ਹਸਪਤਾਲ ਵਗੈਰਾ ਜਿਹੜੇ ਨੇ ਇਹ ਇਦਾਂ ਨਹੀਂ ਹੁੰਦਾ ਕਿ ਓਵਰਨਾਈਟ ਜਿਹੜੇ ਉਹ ਖੜੇ ਹੋ ਜਾਣੇ ਆ। ਇਹਦੇ ਵਾਸਤੇ ਤਾਂ ਲੋਕਾਂ ਦੇ ਵਿੱਚ ਜਾਗਰਤੀ ਤੇ ਸਰਕਾਰਾਂ ਜਦੋਂ ਆਪਣੇ ਜਿਹੜੇ ਬਜਟ ਨੇ ਉਹਨਾਂ ਦੇ ਵਿੱਚ ਇਹਨਾਂ ਦੀ ਫੰਡਿੰਗ ਰੱਖਣਗੀਆਂ ਤਾਂ ਫਿਰ ਇਹ ਹਸਪੀਟਲ ਜਿਹੜਾ ਬਣਨਗੇ। ਪਰ ਲੋਕ ਕਦੇ ਅਵੇਅਰ ਹੋਏ ਹੀ ਨਹੀਂ ਇਹਦੇ ਬਾਰੇ ਕਿ ਉਹਨਾਂ ਨੂੰ ਐਜੂਕੇਸ਼ਨ ਤੇ ਹੈਲਥ ਜਿਹੜੀ ਆ ਉਹਨਾਂ ਦੀਆਂ ਮੁੱਢਲੀਆਂ ਲੋੜਾਂ ਨੇ। ਪਰ ਇਸ ਮਹਾਮਾਰੀ ਨੇ ਪਤਾ ਨਹੀਂ ਲੋਕ ਜਿਹੜੇ ਉਹ ਸਮਝਣਗੇ ਜਾਂ ਨਹੀਂ। ਇਹਨੇ ਦੱਸ ਤਾਂ ਬਹੁਤ ਕੁਝ ਦਿੱਤਾ ਇਸ ਮਹਾਮਾਰੀ। ਖਾਇਆ ਤਾਂ ਬਹੁਤ ਕੁਛ ਆ, ਸਿੱਖ ਤੇ ਨਹੀਂ। ਪਰ ਜੇ ਭਾਰਤ ਤੁਸੀਂ ਗੱਲ ਕੀਤੀ ਆ 74 ਸਾਲਾਂ ਦੇ ਵਿੱਚ ਸਿਰਫ ਤੇ ਸਿਰਫ ਇੱਥੇ ਦੇ ਰਾਜਨੀਤ ਬੰਦੇ ਆ
ਉਹੀ ਅਮੀਰ ਹੋਏ ਆ, ਉਹਨਾਂ ਦੀ ਤਰੱਕੀ ਹੋਈ ਆ। ਅੱਗੇ ਗੱਲ ਕਰਦੇ ਆ ਮੈਰਿਜ ਪੈਲਸਾਂ ਦੀ, ਉਹਨਾਂ ਦੇ ਉੱਤੇ ਵੀ ਸਖਤੀ ਹੋਈ ਹੈ ਤੇ ਹਜ਼ਾਰਾਂ ਲੋਕ ਬੇਰੁਜ਼ਗਾਰ। ਜਿਹੜੀਆਂ ਵਿਆਹ ਨੇ, ਇਹ ਵਿਆਹਾਂ ਦੇ ਸੀਜ਼ਨ ਹੁੰਦਾ ਦਿੱਲੀ ਦੇ ਵਿੱਚ, ਜਿਹੜੇ ਉੱਥੇ ਵੀ ਪਾਬੰਦੀਆਂ ਲੱਗ ਗਈਆਂ ਨੇ ਬਹੁਤ ਸਾਰੀਆਂ। ਈ ਪਾਸ ਜਾਰੀ ਕੀਤੇ ਜਾ ਰਹੇ ਨੇ ਜਿਹੜੇ ਨੇੜਲੇ ਰਿਸ਼ਤੇਦਾਰ ਨੇ ਉਹਨਾਂ ਨੂੰ। ਹਰਿਆਣੇ ਦੇ ਵਿੱਚ ਰਾਤ ਦੇ ਵਿਆਹਾਂ ਦੇ ਉੱਤੇ ਤੇ ਸਮਾਗਮਾਂ ਦੇ ਉੱਤੇ ਪਾਬੰਦੀ ਜਿਹੜੀ ਉਹ ਲੱਗ ਗਈ ਹੈ। ਪੰਜਾਬ ਦੇ ਵਿੱਚ ਉਚੇਚੇ ਤੌਰ ਦੇ ਉੱਤੇ ਜਿਹੜੇ ਮੈਰਿਜ ਪੈਲੇਸਿਸ ਨੇ ਉਹਨਾਂ ਦੇ ਉੱਤੇ ਨਿਗਾਹ ਰੱਖਣ ਦੇ ਵਾਸਤੇ ਆਖਿਆ ਗਿਆ। ਇਹਦੇ 'ਚ ਕੋਈ ਸ਼ੱਕ ਨਹੀਂਗਾ ਕਿ ਲੋਕ ਬਹੁਤ ਜ਼ਿਆਦਾ ਢਿੱਲੇ ਹੋ ਗਏ ਸਨ। ਸਰਕਾਰਾਂ ਨੇ ਇਸ ਪਾਸੇ ਵੱਲ ਕੋਈ ਜਿਹੜਾ ਸਟੈਪ ਨਹੀਂ ਚੁੱਕੇ ਪਿਛਲੇ ਸਮੇਂ ਦੇ ਦੌਰਾਨ। ਜਦੋਂ ਕਰੋਨਾ ਵਾਇਰਸ ਦੇ ਕੇਸ ਕੁਝ ਜਿਹੜੇ ਘਟੇ ਸੀਗੇ ਉਸ ਵੇਲੇ, ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਹਿਮਾਨ ਜਿਹੜੇ ਉਹ ਵਿਆਹਾਂ ਦੇ ਵਿੱਚ ਸ਼ਾਮਲ ਹੋਣ ਲੱਗ ਗਏ ਸੀ, ਔਰ ਵਿਆਹਾਂ ਦੇ ਵਿੱਚ ਕੋਈ ਮਾਸਕ ਵਗੈਰਾ ਜਿਹੜਾ ਉਹ ਨਹੀਂ ਪਾਉਂਦਾ। ਇਹਦਾ ਇੱਕ ਦੂਸਰਾ ਪੱਖ ਜਿਹੜਾ ਜੀ ਇਹ ਆ ਕਿ ਜਿਹੜੀ ਗੱਲ ਇਸ ਬਾਰੇ ਵੇਖਣ ਵਾਲੀ ਹੈ, ਚਾਹੇ ਉਹ ਸੂਬੇ ਨੇ ਚਾਹੇ ਸੈਂਟਰ ਦੀ ਸਰਕਾਰ ਆ, ਸੈਂਟਰ ਦੀ ਸਰਕਾਰ ਤਾਂ ਗੱਲ ਕਰ ਹੀ ਨਹੀਂ ਰਹੀ ਉਸ ਪਾਸੇ ਵੱਲ ਨੂੰ, ਲੋਕਡਾਊਨ ਵੱਲ ਨੂੰ। ਜਦੋਂ ਜਨਤਾ ਕਰਫਿਊ ਲਾਇਆ ਗਿਆ ਸੀ, ਥਾਲੀਆਂ ਖੜਕਾਓ ਘੰਟੀਆਂ ਖੜਕਾਓ, ਉਧਰ ਉਸ ਪਾਸੇ ਵੱਲ ਨੂੰ ਜਾਂ ਜਿਹੜੇ ਲੋਕਡਾਊਨ ਵਾਲੀ ਸਾਈਡ ਨੂੰ ਨਹੀਂ ਜਾ ਰਹੀ, ਕਿਉਂਕਿ ਉਹਨਾਂ ਨੂੰ ਪਤਾ ਲੋਕਡਾਊਨ ਨੇ ਜਿਸ ਤਰੀਕੇ ਦੇ ਨਾਲ ਜਲੂਸ ਕੱਢਿਆ, ਔਰ ਜਿਹੜੇ ਮਜ਼ਦੂਰ ਨੇ ਉਹਨਾਂ ਦਾ ਜਿਹੜਾ ਪਲਾਇਨ ਆ ਉਹ ਬੜੀ ਤੇਜ਼ੀ ਦੇ ਨਾਲ ਜਾਰੀ ਹੈ। ਮੁੰਬਈ ਵਰਗੇ ਸ਼ਹਿਰ ਦੇ ਵਿੱਚ ਬੱਸ ਅੱਡੇ, ਰੇਲਵੇ ਸਟੇਸ਼ਨ ਭਰੇ ਪਏ ਆ। 3-3 ਦਿਨ ਤੋਂ ਮਜ਼ਦੂਰ ਉੱਥੇ ਬੈਠੇ ਆ ਬਾਹਰ ਬੱਸ ਅੱਡਿਆਂ ਦੇ ਜਾਂ ਰੇਲਵੇ ਸਟੇਸ਼ਨਾਂ ਦੇ। ਉਹ ਉੱਥੋਂ ਚਲੇ ਜਾਣਾ ਚਾਹੁੰਦੇ ਆ, ਔਰ ਇਹ ਵੀ ਉਹਨਾਂ ਦੇ ਮਨਾਂ ਦੇ ਅੰਦਰ ਡਰ ਹੈ ਕਿ ਕਿਤੇ ਬੱਸਾਂ ਤੇ ਟ੍ਰੇਨਾਂ ਬੰਦ ਨਾ ਹੋ ਜਾਣ ਤੇ ਉਹ ਫੇਰ ਨਾ ਫਸ ਜਾਣ, ਜਿਸ ਕਰਕੇ ਉਹ ਉੱਥੋਂ ਨਿਕਲਣਾ ਚਾਹੁੰਦੇ ਆ। ਨਿਕਲ ਪੰਜਾਬ ਦੇ ਵਿੱਚੋਂ ਵੀ ਜਿਹੜਾ ਉਹ ਰਹੇ ਆ। ਜਿੱਥੇ ਜਿੱਥੇ ਪ੍ਰਵਾਸੀ ਮਜ਼ਦੂਰ ਆਉਂਦੇ ਆ ਉਹਨਾਂ ਦੇ ਮਨਾਂ ਦੇ ਅੰਦਰ ਡਰ ਤਾਂ ਇੱਕ ਵਾਰੀ ਫੇਰ ਜਿਹੜਾ ਉਹ ਪੈ ਰਿਹਾ, ਕਿਉਂਕਿ ਸਰਕਾਰਾਂ ਕੋਲੇ ਪਾਲਿਸੀ ਕੋਈ ਨਹੀਂ। ਜਦੋਂ ਇਹ ਲੋਕ ਸੜਕਾਂ ਦੇ ਉੱਤੇ ਪੈਦਲ ਨਿਕਲੇ ਸਨ, ਉਦੋਂ ਬਾਅਦ ਵੀ ਇਸ ਮਸਲੇ ਦੇ ਉੱਤੇ ਕੁਝ ਨਹੀਂ ਜਿਹੜਾ ਉਹ ਸੋਚਿਆ ਗਿਆ। ਵਿਆਹਾਂ ਦੇ ਸੀਜ਼ਨ ਦੇ ਵਿੱਚ ਜਿਹੜੀ ਇੱਥੇ ਮੈਰਿਜ ਪੈਲਸਾਂ ਦੇ ਉੱਤੇ ਪਾਬੰਦੀਆਂ ਲਾਈਆਂ ਗਈਆਂ ਨੇ, ਪੰਜਾਬ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਮਜ਼ਦੂਰ ਨੇ ਉਹ ਇਹਨਾਂ ਪੈਲਸਾਂ ਦੇ ਵਿੱਚ ਕੰਮ ਕਰਦੇ ਆ, ਚਾਹੇ ਉਹ ਕੇਟਰਿੰਗ ਵਾਲਿਆਂ ਦੇ ਨਾਲ ਕੰਮ ਕਰਦੇ ਆ ਤੇ ਚਾਹੇ ਉਹ ਵੇਟਰ ਦੇ ਰੂਪ ਦੇ ਵਿੱਚ ਕੰਮ ਕਰਦੇ ਆ, ਚਾਹੇ ਉਹ ਇਹਦੀ ਡੈਕੋਰੇਸ਼ਨ ਕਰਨ ਦੇ ਵਾਸਤੇ ਜਿਹੜਾ ਕੰਮ ਕਰਦੇ ਆ। ਉਹਨਾਂ ਦੇ ਬੇਰੁਜ਼ਗਾਰ ਜਿਹੜਾ ਕਿ ਉਹ ਹੋਏ ਨੇ ਵੱਡੀ ਗਿਣਤੀ ਦੇ ਵਿੱਚ। ਪਿਛਲੇ ਕੁਝ ਸਮੇਂ ਦੇ ਦੌਰਾਨ ਜਦੋਂ ਤੋਂ ਖਾਸ ਤੌਰ ਤੇ ਜੰਮੂ ਕਸ਼ਮੀਰ ਦੇ ਵਿੱਚ ਪਾਬੰਦੀਆਂ ਲੱਗੀਆਂ ਨੇ, 370 ਉੱਥੇ ਖਤਮ ਕੀਤੀ ਆ, ਰਾਜ ਦਾ ਦਰਜਾ ਗਿਆ। ਬਹੁਤੇ ਵਿਆਹਾਂ ਦੇ ਵਿੱਚ ਜਿਹੜੇ ਵੇਟਰ ਨੇ ਉਹ ਤੁਹਾਨੂੰ ਕਸ਼ਮੀਰੀ ਦਿਸਦੇ ਆ ਬਹੁਤ ਸਾਰੇ, ਔਰ ਇੱਕ ਇੱਕ ਮੈਰਿਜ ਪੈਲੇਸ ਦੇ ਵਿੱਚ ਸੈਂਕੜੇ ਵੇਟਰ ਤੇ ਸੈਂਕੜੇ ਜਿਹੜੇ ਕੇਟਰਿੰਗ ਵਾਲੇ ਆ ਉਹ ਉੱਥੇ ਕੰਮ ਕਰਦੇ ਦਿਸਦੇ ਆ। ਔਰ ਕਿੰਨੇ ਕੁ ਮੈਰਿਜ ਪੈਲੇਸ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ। ਵੱਡੇ ਜਿਹੜੇ ਮੈਰਿਜ ਪੈਲੇਸ ਨੇ ਜਿਨ੍ਹਾਂ ਦੇ ਕਿਰਾਇਆ ਇੱਕ ਦਿਨ ਦਾ 4-4 5-5 ਲੱਖ ਰੁਪਈਆ ਹੈ, ਉੱਥੇ ਤੁਸੀਂ ਅੰਦਾਜ਼ਾ ਲਾ ਸਕਦੇ ਕਿੰਨੇ ਲੋਕ ਜਿਹੜੇ ਉਹ ਕੰਮ ਕਰਦੇ ਆ। ਇਹ ਸਾਰੇ ਦੇ ਸਾਰੇ ਬੇਰੁਜ਼ਗਾਰ ਹੋ ਜਾਣ ਦੀ ਜਿਹੜੇ ਜੀ ਉਹ ਲੱਗ ਰਿਹਾ, ਔਰ ਹੋਣੇ ਹੀ ਨੇ। ਕੋਈ ਵੀ ਜਿਹੜਾ ਜੀ ਉਹ ਬਿਠਾ ਕੇ ਪੈਸੇ ਨਹੀਂ ਦੇਊਗਾ। ਜਿਹੜਾ ਬਿਜ਼ਨਸਮੈਨ ਹੈ ਉਹਨੇ ਪਿਛਲੀ ਵਾਰੀ ਵੀ, ਪਿਛਲੇ ਸਾਲ ਵੀ ਉਦੋਂ 10 ਦਿਨ ਦੇ ਵਾਸਤੇ ਮਜ਼ਦੂਰਾਂ ਨੂੰ ਪੈਸੇ ਨਹੀਂ ਸੀ ਦਿੱਤੇ। ਉਹ ਤਾਂ ਇਹ ਕਹਿੰਦੇ ਆ ਕਿ ਕੰਮ ਹੋਊਗਾ ਤੇ ਅਸੀਂ ਦੇ ਦਾਂਗੇ, ਨਹੀਂ ਤਾਂ ਆਪਣੇ ਘਰ ਨੂੰ ਤੁਸੀਂ ਜਾਓ। ਇਹਨਾਂ ਦੀ ਰੋਟੀ ਪਾਣੀ ਦਾ ਇੰਤਜ਼ਾਮ ਕੁਝ ਨਹੀਂ ਜਿਹੜਾ ਉਹ ਕੀਤਾ ਗਿਆ। ਦਿੱਲੀ ਦੀ ਸਰਕਾਰ ਨੇ ਜ਼ਰੂਰ ਕੀਤਾ ਕਿ ਉੱਥੇ ਖਾਣ ਦਾ, ਰੋਟੀ ਦਾ ਜਿਹੜਾ ਉਹ ਇੰਤਜ਼ਾਮ ਕੀਤਾ ਜਾ ਰਿਹਾ ਕਿ 1 ਮਹੀਨੇ ਦੇ ਵਾਸਤੇ ਵੀ ਜੇਕਰ ਰਹਿਣਾ ਪੈਂਦਾ ਤੇ ਉਹਨਾਂ ਨੂੰ ਰੋਟੀ ਜਿਹੜੀ ਉਹ ਦਿੱਤੀ ਜਾਊਗੀ। ਬਾਕੀ ਥਾਵਾਂ ਦੇ ਉੱਤੇ ਇਸ ਤਰ੍ਹਾਂ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਜਿਹੜਾ ਉਹ ਜਾ ਰਿਹਾ। ਔਰ ਫਿਲਹਾਲ ਜਿਹੜੇ ਅਪ੍ਰੈਲ ਦੀ ਬੁਕਿੰਗ ਜਿਹੜੀ ਉਹ ਸੀਗੀ, ਲੋਕ ਇੰਤਜ਼ਾਰ ਕਰ ਰਹੇ ਆ ਕਿ ਸ਼ਾਇਦ ਕੁਝ ਦਿਨਾਂ ਦੇ ਵਿੱਚ ਹਾਲਾਤ ਜਿਹੜੇ ਦੀ ਉਹ ਚੰਗੇ ਹੋ ਜਾਣ। ਹਿਮਾਚਲ ਪ੍ਰਦੇਸ਼ ਦੇ ਵਿੱਚ ਡੈਸਟੀਨੇਸ਼ਨ ਵੈਡਿੰਗ ਜਿਹੜੀਆਂ ਸੀਗੀਆਂ ਉਹ ਰੱਦ ਹੋ ਗਈਆਂ। ਕੋਈ ਦੱਸ ਰਿਹਾ ਸੀਗਾ ਕਿ ਇਹਦੇ ਵਿੱਚੋਂ ਸਿਆਸਤਦਾਨ ਪੈਸੇ ਬਣਾ ਰਹੇ ਆ। ਉਹ ਪੈਸੇ ਇਸ ਤਰ੍ਹਾਂ ਬਣਾ ਰਹੇ ਆ ਕਿ ਜਿੱਥੇ ਕੁਝ ਥਾਵਾਂ ਦੇ ਉੱਤੇ ਉਹਨਾਂ ਜਿਹੜੇ ਉਹ ਏਰੀਏ ਦੇ ਨੇ ਸਿਆਸਤਦਾਨ, ਉਹ ਇਹ ਕਹਿੰਦੇ ਆ ਕਿ ਇੱਕ ਸਿੰਗਰ ਨੇ ਉਹ ਦੱਸ ਰਹੇ ਸੀਗੇ, ਇੱਕ ਦਿਨ ਉਹਨਾਂ ਦੇ ਨਾਲ ਗੱਲਬਾਤ ਹੋਈ ਫੋਨ ਦੇ ਉੱਤੇ, ਕਹਿੰਦੇ ਸਾਡੇ ਵਿਆਹ ਪਹਿਲਾਂ ਜਿਹੜੇ ਬੁਕਿੰਗ ਸੀਗੀ ਸਾਡੇ ਕੋਲੇ ਫਲਾਣ ਡਿਸਟ੍ਰਿਕਟ ਦੇ ਵਿੱਚ, ਤੇ ਰਾਤੋਂ ਰਾਤ ਫੋਨ ਆ ਗਿਆ, ਨਹੀਂ ਸਾਰਾ ਵਿਆਹ ਜਿਹੜਾ ਉਹ ਤਬਦੀਲ ਕਰਕੇ ਅਸੀਂ ਹੁਣ ਦੂਜੇ ਡਿਸਟ੍ਰਿਕਟ ਦੇ ਵਿੱਚ ਚਲੇ ਗਿਆ। ਦੂਜੇ ਡਿਸਟ੍ਰਿਕਟ ਦੇ ਵਿੱਚ ਜਾਣ ਦਾ ਕਾਰਨ ਕੀ ਹੋਇਆ, ਤੇ ਉਹ ਦੱਸ ਰਹੇ ਸੀਗੇ ਕਿ ਅਸਲ 'ਚ ਕੀ ਆ
ਕਿ ਜਿਹੜੇ ਇਹ ਰਾਜਨੀਤਿਕ ਲੋਕ ਨੇ ਉਹ ਕਹਿੰਦੇ ਪਰਵਾਹ ਨਾ ਕਰੋ, ਜਿੰਨਾ ਤੁਸੀਂ ਸੱਦਣਾ ਆ ਉਹਨੇ ਤੁਸੀਂ ਸੱਦ ਲਓ, ਕੋਈ ਗੱਲ ਹੀ ਨਹੀਂ, ਨਾ ਤੁਹਾਡੇ ਕੋਈ ਉੱਥੇ ਗੈਸਟ ਗਿਣਨ ਆਊਗਾ, ਨਾ ਕੋਈ ਕਿਸੇ ਕਿਸਮ ਦੀ ਚੈਕਿੰਗ ਹੋਊਗੀ। ਇਹਨਾਂ ਨੇ ਮੈਰਿਜ ਪੈਲੇਸ ਵਾਲਿਆਂ ਦੇ ਨਾਲ ਜਿਹੜਾ ਜੀ ਠੀਕਾ ਕਰ ਲਿਆ ਤੇ ਉੱਥੋਂ ਪੈਸੇ ਜਿਹੜੇ ਉਹ ਕਮਾਉਣੇ ਸ਼ੁਰੂ ਕਰ ਦਿੱਤੇ। ਮਤਲਬ ਕਿ ਮਹਾਮਾਰੀ ਦੇ ਵਿੱਚੋਂ ਵੀ ਜਿਹੜਾ ਜੀ ਉਹ ਲੋਕਾਂ ਦਾ ਖੂਨ ਜਿਹੜਾ ਉਹ ਚੂਸਣ ਲੱਗ ਗਏ। ਪਹਿਲਾਂ ਜਿਹੜੀ ਸਥਿਤੀ ਹੈ ਉਹ ਇਹਨਾਂ ਰਾਜਨੀਤਿਕਾਂ ਦੀ ਵਜ੍ਹਾ ਕਰਕੇ ਹੀ ਇਸ ਕਿਸਮ ਦੀ ਜਿਹੜੀ ਬਣੀ ਆ, ਤੇ ਅਜੇ ਵੀ ਵਿਆਹ ਵਗੈਰਾ ਨੇ ਜਿਹੜੇ ਉਹਨਾਂ ਦੇ ਵਿੱਚ ਗਿਣਤੀ ਆ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੇ ਪੈਸੇ ਬਣਾਉਣ ਦੀ ਖਾਤਰ ਉਹ ਆਪ ਹੀ ਵਧਾਈ ਜਾਂਦੇ ਜੀ। ਇਹ ਅੱਗੇ ਗੱਲ ਕਰਦੇ ਆ, ਵਿਸਾਖੀ ਦੇ ਦਿਹਾੜੇ ਤੇ ਪਾਕਿਸਤਾਨ ਨੂੰ ਗਏ ਸੀਗੇ ਸਿੱਖ, ਪਰ ਉੱਥੇ ਜੀ ਐਕਚੁਅਲੀ ਪਾਕਿਸਤਾਨ ਦੇ ਹਾਲਾਤ ਜਿਹੜੇ ਨੇ ਇਸ ਵੇਲੇ ਉਹ ਬਹੁਤੇ ਚੰਗੇ ਨਹੀਂ ਗੇ ਜੀ। ਵਿਸ਼ਵ ਪੱਧਰ ਦੇ ਉੱਤੇ ਇਹਦਾ ਚਰਚਾ ਜਿਹੜਾ ਜੀ ਹੋ ਰਿਹਾ, ਕਿਉਂਕਿ ਜਦੋਂ ਪਹਿਲਾਂ ਇੱਕ ਵਾਰੀ ਨਾ ਕਰ ਦਿੱਤੀ ਸੀ ਜਿਹੜੀ ਕੇਂਦਰ ਦੀ ਸਰਕਾਰ ਨੇ ਭੇਜਣ ਤੋਂ, ਤੇ ਉਦੋਂ ਜਿਹੜਾ ਜੀ ਇੱਥੇ ਇਹ ਰੌਲਾ ਪਿਆ ਸੀਗਾ ਕਿ ਕਿਉਂ ਨਹੀਂ ਭੇਜੇ ਜਾ ਰਹੇ। ਹੁਣ ਜਦੋਂ ਵਿਸਾਖੀ ਦੇ ਮੌਕੇ ਦੇ ਉੱਤੇ ਗਏ ਨੇ ਤੇ ਉੱਥੋਂ ਪਾਕਿਸਤਾਨ ਦੇ ਹਾਲਾਤ ਜਿਹੜੇ ਨੇ ਉਹ ਖਰਾਬ ਹੋ ਗਏ, ਔਰ ਪਾਕਿਸਤਾਨ ਦੇ ਹਾਲਾਤ ਖਰਾਬ ਹੋਣ ਦੀ ਵਜ੍ਹਾ ਕਰਕੇ ਉੱਥੇ ਗਏ ਜਿਹੜੇ ਸਿੱਖ ਸ਼ਰਧਾਲੂ ਨੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਜਿਹੜਾ ਜੀ ਉਹ ਇਸ ਵੇਲੇ ਇੱਥੇ ਪਰਿਵਾਰਾਂ ਦੇ ਵਿੱਚ ਚਿੰਤਾ ਪਾਈ ਜਾ ਰਹੀ ਹੈ। ਜਦੋਂ ਇਹ ਪਾਕਿਸਤਾਨ ਦੇ ਵਿੱਚ ਗਏ ਆ ਤੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਇਹਨਾਂ ਨੂੰ ਇੱਕ ਜਿਹੜਾ ਸੀਗਾ ਗੁਰਦੁਆਰੇ ਲੈ ਕੇ ਜਾਇਆ ਗਿਆ, ਉੱਥੋਂ ਫਿਰ ਦੂਸਰੀ ਜਗ੍ਹਾ ਦੇ ਉੱਤੇ ਲੈ ਕੇ ਜਾਇਆ ਗਿਆ। ਇਸ ਵੇਲੇ ਉਹਨਾਂ ਨੂੰ ਭੋਰਾ ਵੀ ਬਾਹਰ ਨਿਕਲਣ ਦੀ ਕੋਈ ਪਰਮਿਸ਼ਨ ਜਿਹੜੀ ਉਹ ਨਹੀਂ ਗੀ। ਉਹ ਇਸ ਕਰਕੇ ਨਹੀਂ ਕਿ ਪੂਰੇ ਪਾਕਿਸਤਾਨ ਦੇ ਵਿੱਚ ਤਹਿਰੀਕੇ ਲਬਾਇਕ ਪਾਕਿਸਤਾਨ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਕਰਕੇ ਸਿੱਖ ਸ਼ਰਧਾਲੂਆਂ ਨੂੰ ਹਸਨ ਅਬਦਾਲ ਪਹੁੰਚਣ ਲਈ 14 ਘੰਟਿਆਂ ਦਾ ਸਮਾਂ ਜਿਹੜਾ ਜੀ ਉਹ ਲੱਗਿਆ, ਜਦੋਂ ਕਿ ਇਹ 3 ਘੰਟਿਆਂ ਦਾ ਜਿਹੜਾ ਜੀ ਉਹ ਸਫ਼ਰ ਦੱਸੀਦਾ। ਔਰ ਇੱਥੇ ਪਹੁੰਚੇ ਜਿਹੜੇ ਸਿੱਖ ਸ਼ਰਧਾਲੂ ਨੇ ਉਹਨਾਂ ਨੂੰ ਹੁਣ ਉੱਥੋਂ ਦੂਸਰੇ ਗੁਰਦੁਆਰੇ ਜਿਹੜਾ ਜਾਣ ਦੇ ਵਾਸਤੇ ਲੰਮਾ ਸਮਾਂ ਜਿਹੜਾ ਉਹ ਲੱਗ ਸਕਦਾ, ਕਿਉਂਕਿ ਪਾਕਿਸਤਾਨ ਦੀ ਜਿਹੜੀ ਸਰਕਾਰ ਹੈ ਉਹ ਇਹਨਾਂ ਦੀ ਸੁਰੱਖਿਆ ਵਾਲੇ ਮਾਮਲੇ ਦੇ ਉੱਤੇ ਕੋਈ ਕਿਸੇ ਕਿਸਮ ਦਾ ਰਿਸਕ ਨਹੀਂ ਲੈਣਾ ਚਾਹੁੰਦੀ। ਉਧਰ ਜਿਹੜੇ ਇੱਥੇ ਭਾਰਤ ਦੇ ਵਿੱਚ ਨੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ, ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹ 800 ਤੋਂ ਜ਼ਿਆਦਾ ਜਿਹੜੇ ਭਾਰਤ ਦੇ ਵਿੱਚੋਂ ਗਏ ਸਿੱਖ ਸ਼ਰਧਾਲੂ ਨੇ ਉਹਨਾਂ ਦੀ ਸੁਰੱਖਿਆ ਲਈ ਪਾਕਿਸਤਾਨ ਦੇ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਨੇ। ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਰਤ ਦੇ ਹਾਲਾਤ ਦੇ ਉੱਤੇ ਨੇੜਿਓਂ ਨਿਗਾਹ ਰੱਖੀ ਜਾ ਰਹੀ ਹੈ, ਔਰ ਇਹ ਵੀ ਕਿਹਾ ਕਿ ਉਹ ਸਿੱਖ ਜੱਥੇ ਦੇ ਸੰਪਰਕ ਦੇ ਵਿੱਚ ਵੀ ਨੇ, ਔਰ ਸ਼ਰਧਾਲੂਆਂ ਦੀ ਸੁਰੱਖਿਅਤ ਵਤਨ ਵਾਪਸੀ ਦੇ ਵਾਸਤੇ ਇਹ ਕਿਹਾ ਕਿ ਉਹ ਪੂਰੀ ਕੋਸ਼ਿਸ਼ ਜਿਹੜੀ ਕਰ ਰਹੇ ਨੇ। ਇਹਨਾਂ ਦਾ ਜਿਹੜਾ ਸਿੱਖ ਸ਼ਰਧਾਲੂਆਂ ਦਾ ਜਿਹੜੀ ਇਹ ਜਿੱਥੇ ਇਹ ਗਏ ਨੇ ਉਹਨੂੰ ਸ਼ਾਰਟ ਕਰਕੇ ਛੇਤੀ ਜਿਹੜਾ ਜੀ ਉਹ ਭਾਰਤ ਵਾਲੀ ਸਾਈਡ ਦੇ ਉੱਤੇ ਲਿਆਂਦਾ ਜਾ ਸਕਦਾ। ਐਕਚੁਅਲੀ ਜਿਸ ਦਿਨ ਇਹ ਗਏ ਆ ਉਦੋਂ ਇਹਨਾਂ ਨੂੰ ਇੱਥੇ ਜਦੋਂ ਇਹਨਾਂ ਨੇ ਸਰਹੱਦ ਕ੍ਰਾਸ ਕੀਤੀ ਆ, ਬਹੁਤ ਸਾਰੇ ਘੰਟੇ ਇੱਥੇ ਹੀ ਸਰਹੱਦ ਦੇ ਉੱਤੇ ਇੰਤਜ਼ਾਰ ਕਰਨਾ ਪਿਆ ਬੱਸਾਂ ਦੇ ਵਿੱਚ। ਹੋਣਾ ਤਾਂ ਇਹ ਚਾਹੀਦਾ ਸੀਗਾ, ਜੇ ਸਹੀ ਹੁੰਦਾ ਤਾਂ ਸੁਰੱਖਿਆ ਦੇ ਮੱਦੇ ਨਜ਼ਰ ਰੱਖਦਿਆਂ ਹੋਇਆ, ਜਦੋਂ ਇਹ ਪਤਾ ਸੀ ਕਿ ਉੱਥੇ ਹਾਲਾਤ ਜਿਹੜੇ ਉਹ ਖਰਾਬ ਹੋ ਰਹੇ ਆ ਤੇ ਇੱਥੋਂ ਵਾਪਸ ਜਿਹੜਾ ਉਹ ਪਰਤ ਆਉਣਾ ਚਾਹੀਦਾ ਸੀਗਾ। ਪਰ ਹੁਣ ਇਹ ਜੱਥਾ ਜਿਹੜਾ ਕਿ ਇਸ ਵੇਲੇ ਹਸਨ ਅਬਦਾਲ ਦੇ ਵਿੱਚ ਹੈ, ਉੱਥੇ ਫਸਿਆ ਹੋਇਆ ਇੱਕ ਕਿਸਮ ਦੇ ਨਾਲ, ਬਾਹਰ ਉਹ ਜਾ ਨਹੀਂ ਸਕਦੇ। ਬਾਹਰ ਹਾਲਾਤ ਜਿਹੜੇ ਨੇ ਪਾਕਿਸਤਾਨ ਦੇ ਵਿੱਚ ਜ਼ਿਆਦਾ ਖਰਾਬ ਹੋਏ ਆ ਤੇ ਭਾਰਤ ਦੀ ਸਰਕਾਰ ਜਿਹੜੀ ਆ ਉਹਨਾਂ ਨੂੰ ਹੁਣ ਕੱਢਣ ਦੇ ਯਤਨਾਂ ਦੇ ਵਿੱਚ ਆ ਕਿ ਛੇਤੀ ਉਹਨਾਂ ਨੂੰ ਇਸ ਵਾਘੇ ਸਰਹੱਦ ਰਾਹੀਂ ਵਾਪਸ ਇੱਥੇ ਲਿਆਂਦਾ ਜਾਵੇ, ਤਾਂ ਕਿ ਕਿਸੇ ਕਿਸਮ ਦੀ ਕੋਈ ਮਾੜੀ ਘਟਨਾ ਜਿਹੜੀ ਉਹ ਨਾ ਵਾਪਰੇ। ਦੰਗੇ ਪਾਕਿਸਤਾਨ ਦੇ ਵਿੱਚ ਜਿਹੜੇ ਹੋ ਰਹੇ ਨੇ, ਔਰ ਹਮਲੇ ਜਿਹੜੇ ਨੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਹੋ ਰਹੇ ਨੇ। ਤਹਿਰੀਕੇ ਲਬਾਇਕ ਪਾਕਿਸਤਾਨ ਦੇ ਜਿਹੜੇ ਕੱਟੜ ਸਮਰਥਕ ਨੇ ਉਹ ਇਹ ਹਮਲੇ ਤੇ ਰੋਸ ਮੁਜ਼ਾਹਰੇ ਕਰ ਰਹੇ। ਜੀ ਜੀ, ਕਾਫੀ ਕੁਛ ਮਗਿਆ ਹੋਇਆ ਉੱਥੇ। ਤਾਂ ਅੱਗੇ ਗੱਲ ਕਰਦੇ ਹਾਂ, ਕਿਸਾਨ ਮੋਰਚਿਆਂ ਦੇ ਵਿੱਚ ਵਾਢੀ ਕਰਕੇ ਔਰਤਾਂ ਦੀ ਗਿਣਤੀ ਵਧੀ। ਜਿਹੜੀਆਂ 32 ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਜਿਹੜੇ ਪੱਕੇ ਮੋਰਚੇ ਲੱਗੇ ਹੋਏ ਆ 198 ਦਿਨ, ਅੱਜ 199ਵਾਂ ਦਿਨ ਜਿਹੜਾ ਉਹ ਸ਼ੁਰੂ ਹੋ ਗਿਆ। ਕਿਸਾਨਾਂ ਦੇ ਹਾੜੀ ਦੇ ਕੰਮਾਂ ਦੇ ਵਿੱਚ ਰੁੱਝੇ ਹੋਣ ਕਰਕੇ ਬਹੁਤ ਸਾਰੇ ਥਾਵਾਂ ਦੇ ਉੱਤੇ ਹੁਣ ਮੋਰਚਿਆਂ ਦੀ ਕਮਾਨ ਜਿਹੜੀ ਆ ਉਹ ਔਰਤਾਂ ਨੇ ਸੰਭਾਲੀ ਹੈ। ਚਾਹੇ ਉਹ ਮੰਚ ਸੰਚਾਲਨ ਹੈ, ਚਾਹੇ ਬੁਲਾਰੇ ਹੈ,
ਹਰ ਪ੍ਰਬੰਧ ਦੇ ਵਿੱਚ ਔਰਤਾਂ ਜਿਹੜੀਆਂ ਉਹ ਬਹੁਤ ਵੱਡੀ ਜ਼ਿੰਮੇਵਾਰੀ ਨਿਭਾ ਰਹੀਆਂ ਨੇ। ਜਦੋਂ ਪਿਛਲੇ ਸਮੇਂ ਦੇ ਦੌਰਾਨ ਮੋਰਚੇ ਲੱਗੇ ਤੇ ਉਹਨਾਂ ਦੇ ਦੌਰਾਨ ਵੱਖ-ਵੱਖ ਖਾਸ ਦਿਨਾਂ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਜਿਹੜੀ ਆ ਉਹ ਯਕੀਨੀ ਬਣਾਉਂਦੀਆਂ ਰਹੀਆਂ ਨੇ ਇਹ ਕਿਸਾਨ ਜਥੇਬੰਦੀਆਂ। ਇਹ ਇਸ ਪੱਖੋਂ ਦੇਖੋ ਉਹਨਾਂ ਦੀ ਦੂਰ ਅੰਦੇਸ਼ੀ ਕਿਸਾਨ ਜਥੇਬੰਦੀਆਂ ਦੀ ਸੀ ਕਿ ਉਹਨਾਂ ਨੂੰ ਵੀ ਪਤਾ ਸੀਗਾ ਕਿ ਵਾਢੀ ਦੇ ਦਿਨਾਂ ਦੇ ਦੌਰਾਨ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਮੂਹਰੇ ਜਿਹੜਾ ਉਹ ਲਿਆਉਣਾ ਪੈਣਾ ਇਹਨਾਂ ਮੋਰਚਿਆਂ ਦੇ ਉੱਤੇ, ਕਿਉਂਕਿ ਬੰਦਿਆਂ ਨੇ ਜਿਹੜਾ ਉਹ ਕੰਮ ਕਰਨਾ ਹੈ। ਕਣਕ ਵੱਢਣੀ ਹੈ, ਬੜੀ ਤੇਜ਼ੀ ਦੇ ਨਾਲ ਕਟਾਈ ਇਸ ਵੇਲੇ ਕਣਕ ਦੀ ਹੋ ਰਹੀ ਹੈ। ਮੌਸਮ ਅਗਲੇ 2 ਦਿਨਾਂ ਦੇ ਵਿੱਚ ਫੇਰ ਖਰਾਬ ਰਹਿਣ ਦੇ ਆਸਾਰ ਦੱਸੇ ਜਾ ਰਹੇ ਨੇ। ਉਧਰ ਕਣਕ ਜਿਹੜੀ ਆ ਉਹ ਮੰਡੀਆਂ ਦੇ ਵਿੱਚ ਰੁਲ ਰਹੀ ਆ ਥਾਂ ਥਾਂ ਦੇ ਉੱਤੇ। ਤੋ ਛੇਤੀ ਜਿਹੜਾ ਦੀ ਉਹ ਸੰਭਾਲ ਲੈਣੀ ਚਾਹੁੰਦੇ ਨੇ ਕਿਸਾਨ, ਜਿਹਦੇ ਕਰਕੇ ਇਹ ਸਾਰਾ ਜਿਹੜਾ ਦੀ ਉਹ ਇਸ ਵੇਲੇ ਔਰਤਾਂ ਦੇ ਉੱਤੇ ਨਿਰਭਰ ਹੋਏ ਪਏ ਨੇ ਜਿੰਨੇ ਵੀ ਮੋਰਚੇ ਨੇ। ਬਰਨਾਲਾ, ਜਗਰਾਉਂ, ਨਵਾਂਸ਼ਹਿਰ, ਮਾਨਸਾ, ਸੰਗਰੂਰ, ਫਰੀਦਕੋਟ, ਫਿਰੋਜ਼ਪੁਰ, ਪਟਿਆਲਾ, ਮਹਿਲ ਕਲਾਂ, 68 ਥਾਵਾਂ ਦੇ ਉੱਤੇ ਟੋਲ ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਸ, ਰੇਲਵੇ ਪਾਰਕ, ਭਾਜਪਾ ਆਗੂਆਂ ਦੇ ਘਰ, ਉਹਨਾਂ ਦੇ ਬਾਹਰ ਜਿਹੜੇ ਪੱਕੇ ਮੋਰਚੇ ਲੱਗੇ ਹੋਏ ਨੇ ਉਹਨਾਂ ਦੇ ਉੱਤੇ ਤੁਹਾਨੂੰ ਹਰ ਜਗ੍ਹਾ ਦੇ ਉੱਤੇ ਪੀੜੀਆਂ ਚੁੰਨੀਆਂ ਲਈ ਜਿਹੜੀਆਂ ਔਰਤਾਂ ਨੇ ਉਹ ਡਟੀਆਂ ਹੋਈਆਂ ਇਸ ਵੇਲੇ ਨਜ਼ਰ ਆਉਣਗੀਆਂ। ਔਰ ਜਿਹੜੇ ਇੱਥੇ ਆਗੂ ਨੇ ਉਹ ਇਹ ਕਹਿੰਦੇ ਨੇ ਕਿ ਜਿਹੜੇ ਕਾਲੇ ਕਾਨੂੰਨ ਨੇ ਇਹਦਾ ਸਿੱਧਾ ਪ੍ਰਭਾਵ ਹਰੇਕ ਦੇ ਉੱਤੇ ਜਿਹੜਾ ਦੀ ਉਹ ਪੈਣਾ। ਔਰ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਵੱਲੋਂ ਜਿੰਨਾ ਡਟ ਕੇ ਇਸ ਮੋਰਚੇ ਦੇ ਵਿੱਚ ਜਿਹੜਾ ਉਹ ਸਾਥ ਦਿੱਤਾ ਜਾ ਰਿਹਾ, ਇਹਦੀ ਮਿਸਾਲ ਜਿਹੜੀ ਆ ਉਹ ਦੁਨੀਆ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਸੰਘਰਸ਼ ਹੁੰਦੇ ਆ ਉਹਨਾਂ ਦੇ ਵਿੱਚ ਬਹੁਤ ਘੱਟ ਜਿਹੜਾ ਉਹ ਮਿਲਦੀ ਆ। ਕਿਸਾਨ ਆਗੂ ਇਹ ਕਹਿੰਦੇ ਨੇ ਕਿ ਸਰਕਾਰ ਨੂੰ ਇਹ ਬਹੁਤ ਵੱਡਾ ਭੁਲੇਖਾ ਸੀਗਾ ਕਿ ਫਸਲਾਂ ਦੀ ਕਟਾਈ ਦੇ ਸੀਜ਼ਨ ਆਉਣ ਦੇ ਮੌਕੇ ਤੇ ਕਿਸਾਨ ਅੰਦੋਲਨ ਮੱਠਾ ਪੈ ਜਾਊਗਾ ਤੇ ਕਿਸਾਨ ਜਿਹੜੇ ਨੇ ਉਹ ਥੱਕ ਹਾਰ ਕੇ ਘਰ ਵਾਪਸ ਚਲੇ ਜਾਣਗੇ। ਪਰ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਸੱਦਿਆਂ ਨੂੰ ਭਰਵਾਂ ਹੁੰਗਾਰਾ ਜਿਹੜਾ ਉਹ ਮਿਲ ਰਿਹਾ ਹੈ। ਔਰ ਉਹਨਾਂ ਨੇ ਕਿਹਾ ਕਿ ਸਰਕਾਰ ਜਿਹੜੀ ਹੈ ਜੀ ਉਹ ਹੁਣ ਇਸ ਗੱਲੋਂ ਫਸੀ ਹੋਈ ਮਹਿਸੂਸ ਕਰ ਰਹੀ ਹੈ ਕਿ ਅਸੀਂ ਤਾਂ ਇਹ ਸੋਚਦੇ ਸੀ ਕਿ ਲੋਕ ਚਲੇ ਜਾਣਗੇ, ਪਰ ਇਹ ਜਿਹੜੀ ਐਕਚੁਅਲੀ ਬਹੁਤ ਸਾਰੇ ਲੋਕ ਪਹਿਲਾਂ ਵੀ ਕਈ ਵਾਰੀ ਸਵਾਲ ਕਰਦੇ ਹੁੰਦੇ ਕਿ ਪਲਾਨ ਬੀ ਕੀ ਹੈ। ਇਹ ਪਲਾਨ ਬੀ ਸੀਗਾ ਜੀ, ਜਿਹੜੀਆਂ ਔਰਤਾਂ ਜਿਸ ਕਿਸਮ ਦੀ ਟ੍ਰੇਨਿੰਗ ਉਹਨਾਂ ਨੂੰ ਦਿੱਤੀ ਗਈ ਸੀਗੀ ਵੱਖ-ਵੱਖ ਮੋਰਚਿਆਂ ਦੇ ਵਿੱਚ ਜਾ ਕੇ ਉਹਦੀ ਨੁਮਾਇੰਦਗੀ ਕਰਨ ਦੀ, ਉਹਨੂੰ ਸਾਰਾ ਸੰਭਾਲਣ ਦੀ, ਚਾਹੇ ਉਹ ਸਟੇਜ ਹੈ, ਕਿਹਨੇ ਬੋਲਣਾ ਕਿਹਨੇ ਨਹੀਂ ਬੋਲਣਾ, ਕੀ ਬੋਲਣਾ, ਉਹ ਸਾਰਾ ਕੁਝ ਜਿਹੜਾ ਸੀਗਾ ਉਹ ਹੁਣ ਜਿਹੜਾ ਸਾਹਮਣੇ ਬਿਲਕੁਲ ਕਲੀਅਰ ਨਜ਼ਰ ਆ ਰਿਹਾ ਕਿ ਜਿਹਦੇ ਕਰਕੇ ਟ੍ਰੇਨਿੰਗ ਦਿੱਤੀ ਗਈ ਸੀ ਉਹ ਇਸ ਵੇਲੇ ਬਿਲਕੁਲ ਸਫਲਤਾ ਦੇ ਨਾਲ ਚੱਲ ਰਿਹਾ। ਔਰ ਸਾਰੇ ਥਾਵਾਂ ਦੇ ਉੱਤੇ ਤੁਸੀਂ ਇਹ ਕਹਿ ਲਓ ਕਿ 75% ਜਿਹੜੀਆਂ ਨੇ ਉਹ ਔਰਤਾਂ ਇਹਨਾਂ ਮੋਰਚਿਆਂ ਦੇ ਉੱਤੇ ਡਟੀਆਂ ਹੋਈਆਂ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ SGPC ਦੇ ਵਿਦਿਅਕ ਅਦਾਰਿਆਂ ਦੀ। ਵੈਸੇ ਆਰਥਿਕ ਪੱਖੋਂ ਤਾਂ ਸਾਰੀ ਦੁਨੀਆ ਹੀ ਔਖੀ ਆ, ਚੜਾਵੇ ਦੀ ਘਾਟ ਕਰਕੇ ਉਹ ਅਦਾਰੇ ਵੀ ਫਾਈਨੈਂਸ਼ੀਅਲੀ ਤੌਰ ਦੇ ਉੱਤੇ ਆਰਥਿਕ ਤੌਰ ਤੇ ਬਹੁਤ ਮੰਦੇ ਹਾਲ। ਕਰੋਨਾ ਦੀ ਵਜ੍ਹਾ ਕਰਕੇ ਜਿਹੜਾ ਵੈਸੇ ਤਾਂ ਇਹ ਕਿਹਾ ਜਾ ਰਿਹਾ, ਉਂਝ ਦੇਖਿਆ ਜਾਵੇ ਤਾਂ ਜਦੋਂ SGPC ਦੀ ਜੋ ਗੱਲ ਆਉਂਦੀ ਇੰਨਾ ਕੁਛ ਉੱਥੇ ਇੰਨੀਆਂ ਖਬਰਾਂ ਦਾ ਇੰਨਾ ਕੁਛ ਸਾਹਮਣੇ ਆਉਂਦਾ, ਲੋਕ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਫਿਰ ਉਹ ਵਾਧੇ ਦੇ ਵਿੱਚ ਕਦੋਂ ਸੀਗੀ। ਔਰ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਕਿਤੇ ਨਾ ਕਿਤੇ SGPC ਜਿਹੜੀ ਆ ਉਹ ਇਹਨਾਂ ਵਿਦਿਅਕ ਅਦਾਰੇ ਜਿਹੜੇ ਨੇ ਇਹਨਾਂ ਤੋਂ ਖਹਿੜਾ ਛਡਾਉਣਾ ਚਾਹੁੰਦੀ ਆ ਆਉਣ ਵਾਲੇ ਸਮੇਂ ਦੇ ਦੌਰਾਨ। ਇਹ ਕਿਹਾ ਜਾ ਰਿਹਾ ਕਿ ਇਸ ਵੇਲੇ ਇਹ ਵਿਦਿਅਕ ਅਦਾਰੇ ਜਿਹੜੇ ਆ ਉਹ ਵਿੱਤੀ ਸੰਕਟ ਦੇ ਵਿੱਚੋਂ ਲੰਘ ਰਹੇ ਆ। ਔਰ ਸ਼੍ਰੋਮਣੀ ਕਮੇਟੀ ਨੇ ਆਪਣੇ ਘਾਟੇ ਦੇ ਬਜਟ ਦੇ ਵਿੱਚ ਵਿਦਿਅਕ ਅਦਾਰਿਆਂ ਦੇ ਵਾਸਤੇ 223 ਕਰੋੜ ਰੁਪਏ ਦਾ ਬਜਟ ਰੱਖਿਆ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਅਨੁਸਾਰ ਕਰੋਨਾ ਕਰਕੇ ਪਿਛਲੇ ਸਾਲ ਵਿਦਿਅਕ ਅਦਾਰੇ ਬੰਦ ਰਹਿਣ ਕਰਕੇ ਕਰੀਬ 63 ਕਰੋੜ ਰੁਪਏ ਦਾ ਘਾਟਾ ਪਿਆ ਸੀਗਾ, ਜਿਹਦੇ ਚੋਂ 24 ਕਰੋੜ 58 ਲੱਖ ਰੁਪਏ ਸਿੱਖ ਸੰਸਥਾ ਦੇ ਵੱਲੋਂ ਵਿਦਿਅਕ ਅਦਾਰਿਆਂ ਨੂੰ ਦਿੱਤੇ ਜਾ ਚੁੱਕੇ ਆ ਤੇ 38 ਕਰੋੜ ਰੁਪਏ ਦਾ ਬਕਾਇਆ ਦੇਣ ਵਾਲਾ। ਪਿਛਲੇ ਸਾਲ ਇਹਨਾਂ ਵਿਦਿਅਕ ਅਦਾਰਿਆਂ ਦੇ ਉੱਤੇ 152 ਕਰੋੜ ਰੁਪਏ ਦੀ ਆਮਦਨ ਹੋਈ ਸੀਗੀ, ਜਦੋਂ ਕਿ ਖਰਚ 215 ਕਰੋੜ ਰੁਪਏ ਦਾ ਹੋਇਆ ਸੀਗਾ। ਸਿੱਖ ਸੰਸਥਾ ਦੇ ਵੱਲੋਂ ਇਸ ਸਾਲ ਵਿਦਿਅਕ ਸੰਸਥਾਵਾਂ ਲਈ 223 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ। ਆਮਦਨ 199 ਕਰੋੜ ਰੁਪਏ ਹੋਣ ਦੀ ਜਿਹੜੀ ਜੀ ਉਹ ਸੰਭਾਵਨਾ ਹੈ। ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹਦੇ ਵੱਲੋਂ 100 ਤੋਂ ਵੱਧ ਵਿਦਿਅਕ ਅਦਾਰਿਆਂ ਦੇ ਵਿੱਚ 11 ਸਕੂਲ ਗ੍ਰਾਂਟ ਇਨ ਏਡ ਵਾਲੇ ਨੇ, ਇਹਦੇ ਵਿੱਚ 10 ਸਕੂਲ ਪੰਜਾਬ ਦੇ ਵਿੱਚ ਨੇ ਔਰ ਇਹਦੇ ਵਿੱਚ ਸਰਕਾਰ ਦੇ ਵੱਲੋਂ ਗ੍ਰਾਂਟ ਇਨ ਏਡ ਦਾ ਕੁਝ ਹਿੱਸਾ ਦਿੱਤਾ ਜਾ ਰਿਹਾ, ਜਿਹਦੇ ਕਰਕੇ ਟੀਚਰਸ ਦੀਆਂ ਤਨਖਾਹਾਂ ਜਿਹੜੀਆਂ
ਉਹਦੇ ਵਿੱਚ ਦੇਰ ਹੋ ਰਹੀ ਹੈ। ਔਰ ਇਹ ਵੀ ਕਿਹਾ ਜਾ ਰਿਹਾ ਕਿ ਐਸਜੀਪੀਸੀ ਦੀ ਆਮਦਨ ਦਾ ਮੁੱਖ ਸਰੋਤ ਗੁਰਦੁਆਰਿਆਂ ਦੀ ਗੋਲਕ ਹੈ। ਕਰੋਨਾ ਕਰਕੇ ਸ਼ਰਧਾਲੂਆਂ ਦੀ ਆਮਦ ਪ੍ਰਭਾਵਿਤ ਹੋਣ ਕਰਕੇ ਗੁਰਦੁਆਰਿਆਂ ਦੀ ਗੋਲਕ ਤੇ ਅਸਰ ਪਿਆ, ਬਿਨਾਂ ਕਿਸੇ ਸ਼ੱਕ ਦੇ ਕਰੋਨਾ ਕਰਕੇ ਪਿਆ। ਪਰ ਇਹ ਵੀ ਆ ਕਿ ਜਿੰਨੀ ਇਹ ਕੰਟਰੋਵਰਸੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੁੰਦੀ ਰਹੀ ਹੈ, ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਅੰਦਰ ਰੋਸ ਵੀ ਇਸ ਜਿਹੜਾ ਦੀ ਉਹ ਕਮੇਟੀ ਪ੍ਰਤੀ ਹੈ, ਜਿਹਨੂੰ ਕਦੀ ਵੀ ਇਹ ਲੋਕ ਮੰਨਣਗੇ ਨਹੀਂ। ਪਰ ਇਹ ਇੱਕ ਰਿਐਲਿਟੀ ਜਿਹੜੀ ਉਹ ਹੈਗੀ ਹੈ। ਨਹੀਂ ਤਾਂ ਜਿੰਨਾ ਚੜਾਵਾ ਪਹਿਲਾਂ ਜਿਹੜਾ ਜੀ ਉਹ ਚੜਦਾ ਸੀਗਾ ਜਾਂ ਆਉਂਦਾ ਸੀਗਾ, ਲੋਕ ਬਿਨਾਂ ਦੇਖੇ ਤੋਂ ਜਿਹੜਾ ਜੀ ਉਹ ਚੜਾਵਾ ਦੇਈ ਜਾਂਦੇ ਸੀ। ਹੁਣ ਜਦੋਂ ਤੋਂ ਇਹਦੇ ਪ੍ਰਬੰਧਾਂ ਨੂੰ ਲੈ ਕੇ ਔਰ ਜਿੰਨੇ ਘਪਲੇ ਜਿਹੜੇ ਉਹ ਸਾਹਮਣੇ ਆਉਂਦੇ ਰਹੇ ਆ, ਕਿਤੇ ਨਾ ਕਿਤੇ ਲੋਕਾਂ ਦੇ ਦਿਲ ਵੀ ਜਿਹੜੇ ਆ ਜੀ ਉਹ ਟੁੱਟੇ ਆ। ਜਿਹੜੇ ਇਹ ਵਿਦਿਅਕ ਅਦਾਰੇ ਨੇ, ਚਾਹੇ ਉਹ ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਯੂਨੀਵਰਸਿਟੀ ਜਿਹੜੀ ਸਥਾਪਿਤ ਕੀਤੀ ਹੋਈ ਆ, ਉਹਨੂੰ ਲੈ ਕੇ ਆ, ਉਹਦੇ ਪ੍ਰਬੰਧ ਨੇ ਜੇ ਉਹਨਾਂ ਦੇ ਤੁਸੀਂ ਕਿਤੇ ਡਿਟੇਲ ਦੇ ਵਿੱਚ ਜਾਓ ਤਾਂ ਉਹ ਪ੍ਰਬੰਧ ਲਫ਼ਜ਼ ਹੀ ਉੱਥੇ ਆਪਣੇ ਆਪ ਦੇ ਵਿੱਚ ਇੱਕ ਹਾਸੋਹੀਣਾ ਜਿਹੜਾ ਉਹ ਲੱਗਣ ਲੱਗ ਜਾਂਦਾ। ਉੱਥੇ ਚੌਧਰ ਇੱਕ ਦੂਜੇ ਤੋਂ ਮੂਹਰੇ ਹੋ ਕੇ ਔਰ ਜਿਹੋ ਜਿਹੇ ਲੋਕ ਬਿਠਾਏ ਹੋਏ ਨੇ, ਜਿਹੋ ਜਿਹੀਆਂ ਗੱਲਾਂ ਉੱਥੋਂ ਜਿਹੜੀਆਂ ਅੰਦਰੂਨੀ ਤੌਰ ਦੇ ਉੱਤੇ ਬਾਹਰ ਆਉਂਦੀਆਂ ਨੇ, ਮੂੰਹ ਚੁੰਗਲਾਂ ਜਿਹੜੀਆਂ ਜੀ ਉਹ ਪੈ ਜਾਂਦੀਆਂ ਨੇ। ਉਹ ਤਾਂ ਅਜੇ ਫਿਰ ਵੀ ਕਦੀ ਇਸ ਕਰਕੇ ਨਹੀਂ ਜਿਹੜਾ ਜੀ ਉਹ ਕੱਢੀਆਂ ਜਾਂਦੀਆਂ ਕਿ ਸਿਰਫ ਆਲੋਚਨਾ ਜਿਹੜੀ ਉਹ ਹੋ ਜਾਂਦੀ ਆ, ਪਰ ਉਹਨਾਂ ਜਿਹੜੇ ਪ੍ਰਬੰਧਾਂ ਦੀ ਘਾਟ ਜਿਹੜੀ ਸਭ ਤੋਂ ਵੱਡਾ ਜਿਹੜਾ ਉਹ ਮਸਲਾ ਹੈ। ਨਹੀਂ ਤਾਂ ਅਦਰਵਾਈਜ਼ ਜਿਹੜੇ ਇਸ ਤਰ੍ਹਾਂ ਦੇ ਅਦਾਰੇ ਨੇ ਉਹ ਤਾਂ ਆਪਣੇ ਸੈਲਫ ਡਿਪੈਂਡੈਂਟ ਅਦਾਰੇ ਹੋਣੇ ਚਾਹੀਦੇ ਸੀਗੇ। ਉੱਥੇ ਇਹ ਨਹੀਂ ਹੈਗਾ ਕਿ ਕੋਰਸਸ ਜਿਹੜੇ ਉਹਨਾਂ ਦੀ ਫੀਸ ਨਹੀਂ ਲਈ ਜਾਂਦੀ ਜਾਂ ਫ੍ਰੀ ਆ, ਏਦਾਂ ਦਾ ਕੁਝ ਨਹੀਂ ਹੈਗਾ। ਮੋਟੀਆਂ ਫੀਸਾਂ ਜਿਹੜੀਆਂ ਉਹ ਚਾਰਜ ਕੀਤੀਆਂ ਜਾਂਦੀਆਂ ਨੇ। ਫਿਰ ਉਹ ਘਾਟੇ ਦੇ ਵਿੱਚ ਅਦਾਰੇ ਜਿਹੜੇ ਉਹ ਕਿਵੇਂ ਜਾ ਰਹੇ ਆ? ਜੇ ਇਹੀ ਕਿਸੇ ਹੋਰ ਪ੍ਰਾਈਵੇਟ ਹੱਥਾਂ ਦੇ ਵਿੱਚ ਹੋਣ ਤੇ ਇਹੀ ਅਦਾਰੇ ਵਧੀਆ ਚੱਲਣ ਲੱਗ ਜਾਣੇ ਆ। ਬਿਲਕੁਲ ਉਦਾਹਰਨਾਂ ਸਾਹਮਣੇ ਹੀ ਆ ਕੇ। ਤੇ ਅੱਗੇ ਗੱਲ ਕਰਦੇ ਹਾਂ ਬੇਅਦਬੀ ਕਾਂਡ ਦੀ ਜਾਂਚ ਜਿਵੇਂ ਫੇਲ ਕੀਤੀ ਗਈ ਆ ਰਲ ਮਿਲ ਕੇ, ਉਸ ਤੇ ਹੁਣ ਕਾਂਗਰਸੀ ਵੀ ਬੋਲਣ ਲੱਗੇ। ਜਿਹੜੇ ਸੁਨੀਲ ਜਾਖੜ ਨੇ, ਉਹਨਾਂ ਨੇ ਵੀ ਕੱਲ ਜਿਹੜੀ ਆ ਇਹ ਗੱਲ ਕਹੀ ਆ ਕਿ ਕੋਟਕਪੂਰਾ ਗੋਲੀ ਕਾਂਡ ਤੇ ਬੇਅਦਬੀ ਕਾਂਡ ਦੀ ਜਿਹੜੀ ਸਿੱਟ ਦੀ ਰਿਪੋਰਟ ਹੈ ਉਹ ਜਨਤਕ ਕੀਤੀ ਜਾਵੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਸ਼ਰਤੇ ਇਸ ਬਾਰੇ ਅਪੀਲ ਦਾਇਰ ਕਰਨ ਦੇ ਵਿੱਚ ਕੋਈ ਕਾਨੂੰਨੀ ਅੜਚਣ ਨਾ ਬਣਦੀ ਹੋਵੇ। ਦੇਖੋ, ਜਿਹੜੀ ਚੀਜ਼ ਚਾਹੇ ਉਹ ਨਵਜੋਤ ਸਿੰਘ ਸਿੱਧੂ ਬੋਲ ਰਹੇ ਨੇ, ਚਾਹੇ ਇਹ ਜਾਖੜ ਸਾਹਿਬ ਬੋਲ ਰਹੇ ਨੇ, ਇੱਥੇ ਇਹ ਟੈਕਨੀਕਲੀ ਜਿਹੜੀ ਉਹ ਸਮਝ ਨਹੀਂ ਆਉਂਦੀ ਕਿ ਜਿਹੜੀ ਚੀਜ਼ ਸਬਮਿਟ ਹੋ ਗਈ ਅਦਾਲਤ ਦੇ ਵਿੱਚ, ਉਹ ਪਬਲਿਕ ਡੋਮੇਨ ਦੇ ਵਿੱਚ ਆ ਗਈ, ਜਨਤਕ ਤਾਂ ਕੀਤੀ ਜਾਵੇ। ਉਹ ਜੇ ਲੁਕੋ ਕੇ ਰੱਖੀ ਹੋਈ ਆ ਉਹ ਤਾਂ ਜਨਤਕ ਹੈਗੀ ਆ। ਜਿਹੜੇ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆ, ਜਨਤਕ ਤਾਂ ਉਹ ਵੀ ਕੀਤੀ ਸੀ। ਫਿਰ ਤੁਸੀਂ ਉਹਦੇ ਵਿੱਚੋਂ ਕੀ ਕਰ ਲਿਆ? ਹੁਣ ਕਹਿੰਦੇ ਜੀ ਇਸ ਰਿਪੋਰਟ ਨੂੰ ਜਨਤਕ ਕਰ ਦਿਓ। ਜੇ ਜਨਤਕ ਤੁਸੀਂ ਕਰੋਗੇ ਤਾਂ ਫਿਰ ਉਹਦੇ ਨਾਲ ਕੀ ਹੋ ਜਾਊਗਾ ਜੀ? ਉਸ ਰਿਪੋਰਟ ਦੇ ਨਾਲ ਕੀ ਉਹਦੇ ਨਾਲ ਇਨਸਾਫ ਮਿਲ ਜਾਊਗਾ? ਅੱਜ ਵੀ ਇਹ ਲੋਕ ਇਸ ਚੀਜ਼ ਨੂੰ ਮੰਨਣ ਦੇ ਵਾਸਤੇ ਤਿਆਰ ਨਹੀਂਗੇ ਕਿ ਇਹਦੇ ਵਿੱਚ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਸਾਰਾ ਕੁਝ ਹੋਇਆ ਔਰ ਵਕੀਲਾਂ ਨੇ ਇਹ ਜਿਹੜੀ ਗੇਮ ਹੈ ਉਹ ਘੁਮਾਈ ਆ। ਇਹਦੇ ਵਿੱਚ ਮੇਨ ਰੋਲ ਜਿਹੜਾ ਉਹ ਐਡਵੋਕੇਟ ਜਨਰਲ ਹੋਰਾਂ ਦਾ ਸਿੱਧਮ ਸਿੱਧਾ ਜਿਹੜਾ ਹੈਗਾ, ਕਿਉਂਕਿ ਉਹ ਮੁੱਖ ਮੰਤਰੀ ਹੋਰਾਂ ਦੇ ਸਭ ਤੋਂ ਨੇੜਲਿਆਂ ਦੇ ਵਿੱਚੋਂ ਨੇ। ਇਸ ਕਰਕੇ ਕੋਈ ਕਾਂਗਰਸੀ ਇਸ ਪਾਸੇ ਵੱਲ ਨੂੰ ਤਾਂ ਨਹੀਂ ਬੋਲ ਰਿਹਾ। ਉਹ ਜਨਤਕ ਕਰੋ ਜਿਹੜਾ ਜੀ ਉਹ ਕਰੀ ਜਾਂਦੇ ਨੇ। ਜਨਤਕ ਕਰਨ ਦੀ ਕੀ ਲੋੜ ਆ? ਜਾਓ ਅਪਲਾਈ ਕਰੋ ਤੇ ਅਦਾਲਤ ਦੇ ਵਿੱਚੋਂ ਤੁਸੀਂ ਲੈ ਲਓ। 21-2200 ਦੇ ਕਰੀਬ ਜਿਹੜੇ ਉਹ ਪੇਜ ਨੇ, ਇਹ 9 ਜਿਹੜੇ ਚਲਾਨ ਨੇ, ਉਹ ਜਨਤਕ ਤਾਂ ਕਰਨ ਦੀ ਲੋੜ ਆ ਜੇ ਕਿਤੇ ਲੁਕੋ ਕੇ ਰੱਖੇ ਹੋਣ। ਉਧਰ ਰਵਨੀਤ ਬਿੱਟੂ ਹੋਰਾਂ ਨੇ ਜਿਹੜਾ ਜੀ ਉਹਨਾਂ ਨੇ ਵੀ ਝੰਡਾ ਚੁੱਕਿਆ। ਉਹਨਾਂ ਨੇ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਪਾਈ ਹੈ ਔਰ ਇਹਦੇ ਵਿੱਚ ਉਹਨਾਂ ਨੇ ਇੱਥੋਂ ਤੱਕ ਜਿਹੜਾ ਜੀ ਕਹਿਤਾ ਕਿ ਕੈਪਟਨ ਸਾਹਿਬ 6 ਮਹੀਨੇ ਰਹਿ ਗਏ ਆ, ਹੁਣ ਹੀ ਕੁਝ ਕਰ ਲਓ, ਨਹੀਂ ਤਾਂ ਲੋਕਾਂ ਨੇ ਸਾਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ। ਇਹ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਹੋਰੀ ਆਪਣੀ ਵੀਡੀਓ ਦੇ ਵਿੱਚ ਕਹਿ ਰਹੇ ਆ ਔਰ ਉਹ ਇਹ ਗੱਲ ਕਹਿੰਦੇ ਆ ਕਿ ਉਹਨੇ ਗੱਲ ਸਹੀ ਕਹੀ ਹੈ। ਰਵਨੀਤ ਸਿੰਘ ਬਿੱਟੂ ਕਹਿੰਦੇ ਮੈਂ ਗੱਲ ਠੀਕ ਕੀਤੀ ਹੈ ਔਰ ਇਹ ਵੀ ਕਿਹਾ ਕਿ ਉਹ ਸੱਚਾਈ ਜਿਹਦੇ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਇਹ ਵੀ ਕਿਹਾ ਕਿ ਇਸ ਗੱਲ ਦਾ ਫੈਸਲਾ ਲੈਣਾ ਪਊਗਾ ਕਿ ਜਿਹੜੇ ਕਸੂਰਵਾਰ ਨੇ ਉਹਨਾਂ ਨੂੰ ਸਜ਼ਾ ਮਿਲੇ, ਜਿਹਦੇ ਕਰਕੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੇਅਦਬੀ ਦੇ ਕਸੂਰਵਾਰਾਂ ਨੂੰ ਸਜ਼ਾ ਦਿਵਾਉਣ। ਅੱਛਾ, ਕਹਿ ਦੇਣੀ ਜਿਹੜੀ ਏਦਾਂ ਹੁੰਦੀ ਕਿ ਸਜ਼ਾ ਦਿਵਾਉਣ, ਕਿੱਦਾਂ ਸਜ਼ਾ ਦਿਵਾਉਣ ਜੀ? ਹੁਣ ਸਜ਼ਾ ਤੁਸੀਂ ਕਿਹੜੇ ਤਰੀਕੇ ਦੇ ਨਾਲ ਦਿਵਾਓਗੇ? ਇਹ ਸਭ ਤੋਂ ਵੱਡਾ ਜਿਹੜਾ ਉਹ ਸਵਾਲ ਹੈ। ਇਹ ਸਿਆਸੀ ਬਿਆਨ ਨੇ, ਆਪੋ ਆਪਣੀ ਸਕਿਮ ਸੇਵ ਕਰਨ ਦੇ ਜਿਹੜਾ ਜੀ ਉਹ ਬਿਆਨ ਨੇ ਇੱਕ ਕਿਸਮ ਦੇ ਨਾਲ। ਰਵਨੀਤ ਸਿੰਘ ਬਿੱਟੂ ਹੋਰੀ ਇਹ ਕਹਿੰਦੇ ਆ ਕਿ ਸਰਕਾਰ ਚਾਹੇ ਤਾਂ ਇਸ ਮਾਮਲੇ 'ਚ ਕੁਝ ਵੀ ਕਰ ਸਕਦੀ ਹੈ। ਜੇ ਸਰਕਾਰ ਨੇ ਕੋਈ ਵੱਡਾ ਕਦਮ ਨਾ ਚੁੱਕਿਆ ਤਾਂ ਉਹਨਾਂ ਨੂੰ ਵੀ ਉਸੇ ਕਟਹਿਰੇ ਦੇ ਵਿੱਚ ਖੜਾ ਹੋਣਾ ਪਊਗਾ ਜਿੱਥੇ ਬਾਦਲ ਪਰਿਵਾਰ ਨੂੰ ਲੋਕਾਂ ਨੇ ਖੜਾ ਕਰਤਾ ਸੀ।
ਇਹ ਵੀ ਕਿਹਾ ਕਿ ਹੁਣ ਇਲੈਕਸ਼ਨਾਂ ਨੂੰ 6 ਮਹੀਨੇ ਰਹਿ ਗਏ ਆ, ਇਹਦੇ ਲਈ ਸਖਤ ਕਦਮ ਚੁੱਕ ਕੇ ਜਿਹੜਾ ਬਾਦਲ ਪਰਿਵਾਰ ਖਿਲਾਫ ਕੇਸ ਦਰਜ ਕਰਨਾ ਚਾਹੀਦਾ। ਕਿਹੜੇ ਬਾਦਲ ਪਰਿਵਾਰ ਕਿੱਥੇ ਜਿਹੜਾ ਜੀ ਉਹ ਕੇਸ ਦਰਜ ਕਰਨਾ ਹੈ? ਜਿਨ੍ਹਾਂ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਉਹਨਾਂ ਨੂੰ ਤੁਸੀਂ ਅਪੀਲਾਂ ਕਰ ਰਹੇ ਹੋ ਕਿ ਉਹ ਉਹਦੇ ਖਿਲਾਫ ਜਿਹੜਾ ਜੀ ਉਹ ਕੇਸ ਦਰਜ ਕਰ ਲੈਣ। ਕਿੱਥੋਂ ਕੇਸ ਦਰਜ ਹੋਊਗਾ, ਕੀ ਕੁਝ ਜਿਹੜਾ ਜੀ ਹੋਊਗਾ, ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ। ਪਰ ਇੰਨਾ ਜ਼ਰੂਰ ਹੈ, ਅੰਦਰ ਖਾਤੇ ਹੀ ਸਹੀ ਕਾਂਗਰਸੀ ਇੱਕ ਗੱਲ ਜਿਹੜੀ ਜੀ ਉਹ ਮੰਨਦੇ ਆ ਕਿ ਸਾਡੇ ਹਾਲਾਤ ਬੁਰੇ ਹੋ ਜਾਣੇ ਆ ਆਉਣ ਵਾਲੀਆਂ ਇਲੈਕਸ਼ਨਾਂ ਦੇ ਦੌਰਾਨ, ਔਰ ਲੋਕ ਸਾਡੇ ਵੀ ਗੱਲ ਨੂੰ ਜਿਹੜਾ ਜੀ ਉਹ ਪੈਣਗੇ। ਜਿਵੇਂ ਬੇਅਦਬੀਆਂ ਦੇ ਸਾਲ ਜਾਂ 17 ਦੀਆਂ ਇਲੈਕਸ਼ਨਾਂ ਦੇ ਵੇਲੇ ਥਾਂ ਥਾਂ ਦੇ ਉੱਤੇ ਵਿਰੋਧ ਹੋ ਰਿਹਾ ਸੀ ਬਾਦਲ ਪਰਿਵਾਰ ਦਾ, ਉਸੇ ਤਰੀਕੇ ਦੇ ਨਾਲ ਕਾਂਗਰਸੀਆਂ ਦਾ ਵੀ ਵਿਰੋਧ ਜਿਹੜਾ ਜੀ ਉਹ ਹੋਊਗਾ। ਕਿਉਂਕਿ ਇੱਕ ਗੱਲ ਤਾਂ ਹੈ, ਬਿੱਲੀ ਥੈਲਿਓ ਤਾਂ ਬਾਹਰ ਹੁਣ ਬਿਲਕੁਲ ਹੀ ਕਲੀਅਰ ਜਿਹੜੀ ਉਹ ਆ ਚੁੱਕੀ ਹੋਈ ਹੈ ਕਿ ਕੌਣ ਕਿਹਨੂੰ ਕਿਵੇਂ ਬਚਾ ਰਿਹਾ। ਬਿਲਕੁਲ, ਪਹਿਲਾਂ ਲੋਕਾਂ ਨੂੰ ਵਾਲਾ ਪਤਾ ਵੀ ਨਹੀਂ ਲੱਗਦਾ ਸੀਗਾ। ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਅੰਮ੍ਰਿਤਸਰ ਜ਼ਿਲ੍ਹੇ ਦੀਆਂ 42 ਪੰਚਾਇਤਾਂ ਨੇ ਤਸਕਰਾਂ ਤੇ ਨਸ਼ੇੜੀਆਂ ਦੇ ਵਿਰੁੱਧ ਮਤੇ ਪਾਸ ਕੀਤੇ ਆ। 42 ਪਿੰਡਾਂ ਦੀਆਂ ਪੰਚਾਇਤਾਂ ਨੇ ਨਸ਼ਾ ਕਰਨ ਤੇ ਵੇਚਣ ਵਾਲਿਆਂ ਦੇ ਖਿਲਾਫ ਮਤੇ ਪਾਸ ਕੀਤੇ ਨੇ। ਇਹਦੇ ਤਹਿਤ ਹੁਣ ਪਿੰਡਾਂ ਦੀਆਂ ਪੰਚਾਇਤਾਂ ਇਸ ਤਰ੍ਹਾਂ ਦੇ ਲੋਕਾਂ ਦਾ ਸਾਥ ਨਹੀਂ ਦੇਣਗੀਆਂ। ਜਿਹੜੀ ਦਿਹਾਤੀ ਪੁਲਿਸ ਦੇ ਵੱਲੋਂ ਜਿਹੜਾ ਇਹਦਾ ਅਰੇਂਜ ਕੀਤਾ ਗਿਆ, ਔਰ ਪੰਚਾਇਤਾਂ ਨੇ ਇਹ ਮਤੇ ਪਾਸ ਜਿਹੜੇ ਆ ਉਹ ਪੁਲਿਸ ਦੇ ਕਹਿਣ ਤੇ ਕੀਤੇ ਆ। ਇਹ ਕਿਹਾ ਗਿਆ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਨਜਾਇਜ਼ ਸ਼ਰਾਬ ਸੰਬੰਧੀ ਤਲਾਸ਼ੀ ਮੁਹਿੰਮ ਜਿਹੜੀ ਉਹ ਚਲਾਈ ਜਾ ਰਹੀ ਆ, ਸਰਚ ਆਪਰੇਸ਼ਨ ਕੀਤੇ ਜਾ ਰਹੇ ਨੇ, ਸ਼ਰਾਬ ਲਾਹਣ ਤੇ ਚਾਲੂ ਭੱਠੀਆਂ ਜਿਹੜੀਆਂ ਉਹ ਫੜੀਆਂ ਜਾ ਚੁੱਕੀਆਂ ਹੋਈਆਂ ਨੇ। 42 ਪਿੰਡਾਂ ਦੀਆਂ ਪੰਚਾਇਤਾਂ ਨੇ ਨਸ਼ਿਆਂ ਦੇ ਵਿਰੁੱਧ ਮਤੇ ਪਾਸ ਕੀਤੇ ਆ, ਔਰ ਜਿਹੜਾ ਲੋਪੋਕੇ ਥਾਣੇ ਦੇ ਅਧੀਨ ਆਉਂਦੇ 6 ਪਿੰਡਾਂ ਕੋਲੇਵਾਲ, ਬਾਬਾ ਮੀਕੇ ਸ਼ਾਹ ਕਲੋਨੀ, ਨੂਰਪੁਰ, ਖਿਆਲਾ ਕਲਾਂ, ਇਹ ਸਾਰੇ ਜਿਹੜੇ ਪਿੰਡ ਨੇ, ਇਹਨਾਂ ਦੇ ਵਿੱਚ ਇਹ ਮਤੇ ਪਾਸ ਜਿਹੜੇ ਉਹ ਕੀਤੇ ਗਏ ਆ ਕਿ ਜਿਹੜਾ ਨਸ਼ਾ ਕਰਨ ਜਾਂ ਵੇਚਣ ਵਾਲੇ ਦੇ ਖਿਲਾਫ ਕੋਈ ਕੇਸ ਦਰਜ ਹੁੰਦਾ, ਪਿੰਡ ਦੀ ਪੰਚਾਇਤ ਉਹਦੇ ਖਿਲਾਫ ਨਾ ਕੋਈ ਸਿਫਾਰਿਸ਼ ਕਰੂਗੀ ਤੇ ਨਾ ਉਹਦੀ ਜ਼ਮਾਨਤ ਜਿਹੜੀ ਆ ਉਹ ਕਰਵਾਈ ਜਾਊਗੀ। ਜਿੱਥੋਂ ਤੱਕ ਨਸ਼ਿਆਂ ਦੀ ਜਿਹੜੀ ਗੱਲ ਹੈ, ਕਿਉਂਕਿ ਇੱਕ ਗੱਲਾਂ ਤਾਂ ਆਪਾਂ ਕਲੀਅਰ ਜਿਹੜੀਆਂ ਉਹ ਸੁਣ ਚੁੱਕੇ ਹੋਏ ਆ ਵੀ ਮੈਂ ਨਸ਼ੇ ਖਤਮ ਕਰਨ ਦਾ ਕਦੀ ਕਿਹਾ ਹੀ ਨਹੀਂ ਸੀ। ਉਹ ਕਹਿੰਦੇ ਲੱਕ ਤੋੜਨ ਦਾ ਕਿਹਾ ਸੀ, ਲੱਕ ਤੋੜਤਾ। ਲੱਕ ਕਿਹੋ ਜਿਹਾ ਟੁੱਟਾ ਇਹ ਤੁਹਾਡੇ ਸਾਹਮਣੇ ਨੇ ਕਿ ਪੰਚਾਇਤਾਂ ਅੱਜ ਵੀ ਉਹੋ ਜਿਹੇ ਮਤੇ ਪਾਸ ਜਿਹੜੇ ਉਹ ਕਰੀ ਜਾਂਦੀਆਂ ਨੇ। ਉਧਰ ਇੱਥੇ ਮੋਗੇ ਦੇ ਨੇੜੇ ਪੈਂਦਾ ਕੋਟ ਈਸੇ ਖਾਂ, ਉੱਥੇ ਹਾਲਾਤ ਜਿਹੜੇ ਜੀ ਇਦਾਂ ਦੇ ਬਣੇ ਆ ਕਿ ਓਟ ਕੇਂਦਰ ਆ ਜਿੱਥੇ ਇਲਾਜ ਕੀਤਾ ਜਾਂਦਾ ਨਸ਼ਾ ਕਰਨ ਵਾਲਿਆਂ ਦਾ। 3000 ਬੰਦਾ ਉੱਥੇ ਦਵਾਈ ਲੈਣ ਦੇ ਵਾਸਤੇ ਜਿਹੜਾ ਜੀ ਉਹ ਪਹੁੰਚ ਰਿਹਾ। ਔਰ ਇਹ ਕਿਹਾ ਜਾ ਰਿਹਾ ਕਿ ਉੱਥੇ ਜਿਹੜੀ 7 ਦਿਨ ਦੀ ਦਵਾਈ ਜਿਹੜੀ ਉਹਨਾਂ ਨੂੰ ਦਿੱਤੀ ਜਾਂਦੀ। ਦਵਾਈ ਤਾਂ ਕੋਈ ਨਹੀਂ ਹੈਗੀ ਵੀ ਨਸ਼ਾ ਛੱਡਣ ਵਾਲੀ, ਇਹ ਤਾਂ ਨਸ਼ੇ ਤੋਂ ਲਾਹ ਕੇ ਨਸ਼ੇ ਤੇ ਲਾਇਆ ਜਾਂਦਾ। ਉੱਥੇ ਗੋਲੀ ਜਿਹੜੀ ਆ ਉਹ ਦਿੱਤੀ ਜਾਂਦੀ ਹੈ ਤਾਂ ਕਿ ਉਹ ਆਪਣੇ ਨਸ਼ੇ ਦੀ ਤੋੜ ਜਿਹੜੀ ਆ ਇਸ ਨਸ਼ੇ ਦੀ ਗੋਲੀ ਦੇ ਨਾਲ ਪੂਰੀ ਜਿਹੜਾ ਉਹ ਕਰ ਸਕਣ। ਇਹ ਵੀ ਕਿਹਾ ਜਾ ਰਿਹਾ ਕਿ ਮਰੀਜ਼ਾਂ ਦੀ ਗਿਣਤੀ ਉੱਥੇ ਹੁਣ 3000 ਬੰਦਾ ਜਿੱਥੇ ਚੱਲਦੇ, ਉਹ ਕਿੰਨੀ ਵੱਡੀ ਗਿਣਤੀ ਜਿਹੜੀ ਉਹ ਹੋ ਸਕਦੀ ਆ। ਉਹ ਕਹਿੰਦੇ ਮਰੀਜ਼ ਉੱਥੇ ਧਮਕੀ ਦਿੰਦੇ ਆ ਕਿ ਜੇ ਉਹਨਾਂ ਨੂੰ ਵੱਧ ਗੋਲੀਆਂ ਨਾ ਦਿੱਤੀਆਂ ਗਈਆਂ ਤਾਂ ਉਹ ਤੇਜ਼ਾਬ ਸੁੱਟ ਦੇਣਗੇ ਉਹਦੇ ਉੱਤੇ। ਔਰ ਪੁਲਿਸ ਦੇ ਕੋਲੇ ਸ਼ਿਕਾਇਤਾਂ ਨਸ਼ੇੜੀਆਂ ਦੇ ਜਿਹੜੀਆਂ ਆ ਰਹੀਆਂ ਨੇ ਕਿ ਉਹ ਧਮਕੀਆਂ ਦੇ ਰਹੇ ਆ। ਇੱਥੇ ਜਿਹੜੇ ਓਟ ਕਲੀਨਿਕ ਨੇ ਉਹਨਾਂ ਦੇ ਵਿੱਚ ਥਾਂ ਥਾਂ ਦੇ ਉੱਤੇ ਹੰਗਾਮੇ ਹੋ ਰਹੇ ਆ। ਮਰੀਜ਼ ਜਿਹੜੇ ਆ ਜੀ ਇਹ ਕਹਿੰਦੇ ਆ ਕਿ ਉਹ ਗੋਲੀਆਂ ਵਗੈਰਾ ਖਾ ਲੈਂਦੇ ਸੀ। ਪੁਲਿਸ ਨੇ ਹੁਣ ਸਖਤੀ ਗੋਲੀਆਂ ਦੇ ਉੱਤੇ ਕੀਤੀ ਹੋਈ ਆ ਕਿਉਂਕਿ ਸਿੱਧੇ ਪਾਸੇ ਨੂੰ ਪੁਲਿਸ ਨੇ ਵੀ ਨਹੀਂ ਜਾਣਾ ਹੁੰਦਾ। ਜਿਹੜੇ ਚਿੱਟਾ ਜਾਂ ਜਿਹੜਾ ਸਿੰਥੈਟਿਕ ਡਰੱਗ ਹੈ ਉਹਦੀ ਤਾਂ ਸਮਗਲਿੰਗ ਉਸੇ ਤਰੀਕੇ ਨਾਲ ਹੋ ਰਹੀ ਹੈ। ਪੁਲਿਸ ਨੇ ਭਰਨੀਆਂ ਨੇ ਫਾਈਲਾਂ, ਚਾਹੇ ਉਹ ਅੰਮ੍ਰਿਤਸਰ ਦੀ ਤੁਹਾਨੂੰ ਗੱਲ ਦੱਸੀ ਆ, ਉੱਥੇ ਕਹਿੰਦੇ ਲਾਹਣ ਫੜ ਲਈ, ਸ਼ਰਾਬ ਜਿਹੜੀ ਉਹ ਫੜ ਲਈ। ਔਰ ਦੂਜੇ ਥਾਵਾਂ ਦੇ ਉੱਤੇ ਜਿਹੜੇ ਮੈਡੀਕਲ ਸਟੋਰ ਨੇ ਉਹਨਾਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਓਟ ਸੈਂਟਰਾਂ ਦੇ ਵਿੱਚ ਜਿਹਦੇ ਕਰਕੇ ਇਸ ਵੇਲੇ ਗਿਣਤੀ ਉਹ ਲਗਾਤਾਰ ਵੱਧਦੀ ਤੁਰੀ ਜਾ ਰਹੀ ਹੈ। ਇਹਨਾਂ ਓਟ ਸੈਂਟਰਾਂ ਦੇ ਵਿੱਚ ਸਿਰਫ ਔਰ ਸਿਰਫ ਨਸ਼ੇ ਵਾਲੀਆਂ ਜਿਹੜੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਨੇ। ਔਰ ਜੇ 3001 ਓਟ ਸੈਂਟਰ ਦੇ ਵਿੱਚ ਮਰੀਜ਼ਾਂ ਦੀ ਜਿਹੜੀ ਉਹ ਗਿਣਤੀ ਆ ਤੇ ਨਸ਼ੇ ਦਾ ਲੱਕ ਕਿਹੋ ਜਿਹਾ ਟੁੱਟਿਆ, ਬਾਕੀ ਗਿਣਤੀ ਤੁਸੀਂ ਸਾਰੇ ਪੰਜਾਬ ਦੇ ਓਟ ਸੈਂਟਰਾਂ ਦੀ ਲਾ ਲੈਣਾ। ਬਿਲਕੁਲ ਜੀ, ਉਹ ਤਾਂ ਸਾਹਮਣੇ ਹੀ ਆ ਲੱਕ ਕਿਵੇਂ ਘੜੀਸ ਕੇ ਤੌਰ ਤੇ ਆ। ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।